ਲਈਏ ਦੁਨੀਆ ਦੇ ਵਿੱਚ ਬੜੇ ਬੜੇ ਲੋਕ ਨੇ, ਗਿਆਨੀ ਵੀ ਬੜੇ ਨੇ, ਸਮਝਦਾਰ ਵੀ ਬੜੇ ਨੇ, ਪਰ ਉਹਨਾਂ ਦੇ ਨਾਲੋਂ ਜਿਹੜੇ ਗੁਰਸਿੱਖ ਨੇ ਉਹਨਾਂ ਦਾ ਕੀ ਫਰਕ ਹੈ ਬਾਕੀਆਂ ਦੇ ਨਾਲੋਂ? ਕਿਉਂਕਿ ਦੋ ਤਰੀਕੇ ਦੇ ਸਿੱਖ ਹੋਣਗੇ, ਪੜ੍ਹੇ ਲਿਖੇ ਵੀ ਹੈ ਨੇ, ਕਈ ਇੱਦਾਂ ਦੇ ਵੀ ਹੈ ਨੇ ਜਿਹੜੇ ਪੜ੍ਹੇ ਲਿਖੇ ਨਹੀਂ ਨੇ। ਉਹਨਾਂ ਦੇ ਨਾਲੋਂ ਸਿੱਖਾਂ ਦਾ ਕੀ ਫਰਕ ਹੈ ਜਿਹੜੇ ਬਾਕੀ ਦੁਨੀਆ ਦੇ ਵਿੱਚ ਬੜੇ ਅੱਗੇ ਅੱਗੇ ਨਿਕਲ ਚੁੱਕੇ ਨੇ? ਅਸੀਂ ਸੰਖੇਪ ਦੇ ਵਿੱਚ ਵਿਚਾਰਾਂਗੇ ਇਹਨੂੰ। ਕਿਰਤਾਂ ਦੀ ਗੱਲ ਕੀਤੀ ਹੈ। ਕੋਈ ਪੰਡਿਤ ਜੋਤਕੀ, ਕੋ ਪਾਂਧਾ, ਕੋ ਵੈਦ ਸਦਾਏ। ਸੁਸਾਇਟੀ ਦੇ ਵਿੱਚ ਕੋਈ ਆਪਣੇ ਆਪ ਨੂੰ ਪੰਡਿਤ ਅਖਵਾ ਰਿਹਾ ਹੈ। ਕਿੰਨੇ ਪੰਡਿਤ ਨੇ? ਜੋਤਕੀ, ਕਈ ਜੋਤਸ਼ੀ ਨੇ। ਸਵੇਰੇ ਸਵੇਰੇ ਟੀਵੀ ਚਲਾਓ, ਅਖਬਾਰ ਖਰੀਦੋ ਤੇ ਸਾਰਿਆਂ ਨੇ ਇਸ ਗੱਲ ਦੇ ਬਾਰੇ ਬੋਲਿਆ ਵੀ ਅਸੀਂ ਦੱਸ ਦੇਵਾਂਗੇ ਵੀ ਅੱਜ ਤੁਹਾਡਾ ਦਿਨ ਕਿੱਦਾਂ ਦਾ ਰਹਿਣਾ। ਕਿੰਨੇ ਜੋਤਸ਼ੀ ਨੇ। ਕੋ ਪਾਂਧਾ, ਪਾਂਧਾ ਦਾ ਮਤਲਬ ਹੁੰਦਾ ਹੈ ਅਧਿਆਪਕ, ਟੀਚਿੰਗ ਜਿਹੜਾ ਕਰਦਾ ਹੈ। ਜਿੱਦਾਂ ਗੁਰੂ ਨਾਨਕ ਸਾਹਿਬ ਲਈ ਬੜਾ ਸੌਖਾ ਸ਼ਬਦ ਆਉਂਦਾ ਵੀ ਪਾਂਧੇ ਦੇ ਕੋਲ ਪੜ੍ਹਨ ਦੇ ਲਈ ਗਏ, ਉਦੋਂ ਟੀਚਰ ਲਈ ਸ਼ਬਦ ਹੀ ਪਾਂਧਾ ਵਰਤਿਆ ਜਾਂਦਾ ਹੈ। ਵੈਦ, ਡਾਕਟਰੀ ਲਾਈਨ ਵਾਲੇ ਬੰਦੇ ਕਿੰਨੇ ਨੇ, ਮਤਲਬ ਇਹਨਾਂ ਦੀ ਤੇ ਗਿਣਤੀ ਨਹੀਂ ਨਾ। ਡਾਕਟਰ ਜਿਹੜੇ ਹਕੀਮ ਨੇ, ਪੰਡਿਤ ਨੇ, ਕਿੰਨੇ ਨੇ ਗਿਣਤੀ ਦੇ ਵਿੱਚ। ਕੋ ਪਾਂਧਾ, ਕੋ ਵੈਦ ਸਦਾਏ। ਕੋਈ ਰਾਜਾ ਰਾਉ ਕੋ, ਕਈ ਰਾਜੇ ਮਹਾਰਾਜੇ ਨੇ ਉਸ ਵੇਲੇ, ਕਿਉਂਕਿ ਰਾਜਤੰਤਰ ਚੱਲਦਾ ਹੈ, ਇਸ ਕਰਕੇ ਰਾਜੇ ਮਹਾਰਾਜਿਆਂ ਦੀ ਗੱਲ ਹੈ। ਅੱਜ ਕਹਿ ਲਓ ਵੀ ਲੀਡਰਾਂ ਦੀ ਵੀ ਘਾਟ ਨਹੀਂ। ਰਾਉ ਕੋ, ਇਹ ਵੀ ਉਹੀ ਚੀਜ਼ ਹੈ। ਕੋ ਮਹਿਤਾ, ਗੁਰੂ ਨਾਨਕ ਸਾਹਿਬ ਦੇ ਪਿਤਾ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਮਹਿਤਾ ਕਾਲੂ। ਨਾਮ ਉਹਨਾਂ ਦਾ ਕਾਲੂ ਹੈ, ਪਰ ਮਹਿਤਾ ਜਿਹੜਾ ਨਾ ਉਹਨਾਂ ਨੂੰ ਲਕਬ ਮਿਲਿਆ ਹੋਇਆ ਹੈ। ਮਹਿਤਾ ਦਾ ਮਤਲਬ ਹੁੰਦਾ ਹੈ ਮਹੱਤਵ ਵਾਲਾ, ਜਿਹੜਾ ਵਜ਼ੀਰ ਹੁੰਦਾ ਹੈ। ਇਸ ਕਰਕੇ ਕਿਉਂਕਿ ਉਹ ਜਿਹੜੇ ਰਾਏ ਬੁਲਾਰ ਦੇ ਕੋਲ ਨੌਕਰੀ ਕਰਦੇ ਹੁੰਦੇ ਸੀ, ਪਟਵਾਰੀ ਦੀ, ਇਸ ਕਰਕੇ ਉਹਨਾਂ ਨੂੰ ਮਹਿਤਾ ਕਿਹਾ ਜਾਂਦਾ ਹੈ। ਮਹਿਤਾ ਇੱਕ ਪਦਵੀ ਹੈ, ਵਜ਼ੀਰ ਦੀ ਪਦਵੀ ਹੈ। ਇੱਦਾਂ ਕਹਿੰਦੇ ਨੇ ਕੋ ਮਹਿਤਾ ਚੌਧਰੀ ਸਦਾਏ। ਕਈਆਂ ਨੂੰ ਲੋਕ ਚੌਧਰੀ ਆਖਦੇ ਨੇ। ਇਹ ਸ਼ਬਦ ਹੁਣ ਘਟ ਗਏ ਨੇ, ਹੁਣ ਇਹਦੀ ਥਾਂ ਤੇ ਜ਼ਿਆਦਾ ਅੰਗਰੇਜ਼ੀ ਦੇ ਸ਼ਬਦ ਪ੍ਰਚਲਿਤ ਹੋ ਗਏ ਨੇ। ਫਿਰ ਕੀ ਹੈ? ਕੋਈ ਬਜਾਜ। ਬਜਾਜ ਦਾ ਮਤਲਬ ਹੁੰਦਾ ਜਿਹੜੇ ਬਜਾਜੀ ਦਾ ਕੰਮ ਕਰਦੇ ਨੇ, ਜਿੱਦਾਂ ਕੱਪੜਿਆਂ ਦੀਆਂ ਦੁਕਾਨਾਂ ਜਿਨ੍ਹਾਂ ਦੀਆਂ ਹੁੰਦੀਆਂ ਨੇ, ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ। ਸਰਾਫ ਕੋ, ਸਰਾਫ ਵੈਸੇ ਅਰਬੀ ਭਾਸ਼ਾ ਦਾ ਲਫ਼ਜ਼ ਹੈ, ਇੱਥੇ ਵੀ ਚੱਲਦਾ ਹੋਵੇਗਾ। ਇੱਕ ਹੁੰਦਾ ਸਰਾਪ, ਵੀ ਕਿਸੇ ਨੂੰ ਕਹਿ ਦੇਣਾ ਵੀ ਤੇਰੇ ਨਾਲ ਐਦਾਂ ਹੋ ਜਾਵੇ। ਇੱਕ ਹੁੰਦਾ ਹੈ ਸਰਾਫ, ਇਹ ਹੁੰਦਾ ਹੈ ਜਿਹੜੇ ਅੱਜ ਕੱਲ੍ਹ ਮਨੀ ਐਕਸਚੇਂਜਰ ਨੇ, ਪੈਸੇ ਨੂੰ ਬਦਲ ਦੇਣ ਵਾਲੇ। ਅੱਜ ਵੀ ਇਹਨਾਂ ਦਾ ਕਾਫੀ ਕਾਰੋਬਾਰ ਹੈ। ਜਿੱਦਾਂ ਇੰਡੀਅਨ ਕਰੰਸੀ ਨੂੰ ਕਨਵਰਟ ਕਰਨਾ ਹੋਵੇ ਦੂਜੇ ਦੇਸ਼ਾਂ ਦੀ ਕਰੰਸੀ ਦੇ ਵਿੱਚ, ਤੇ ਲਗਭਗ ਇਹਨਾਂ ਦਾ ਜਿਹੜਾ ਕਾਰੋਬਾਰ ਹੁੰਦਾ। ਪੁਰਾਣੇ ਸਮੇਂ ਦੇ ਵਿੱਚ ਵੀ ਇਹ ਇੱਦਾਂ ਦੇ ਲੋਕ ਹੁੰਦੇ ਸੀ। ਸਰਾਫ ਕੋ ਜੌਹਰੀ, ਕਈ ਜਿਹੜੇ ਨੇ ਉਹ ਵੇਖੋ ਜਿਹੜੇ ਨੇ ਉਹ ਜੌਹਰੀ ਨੇ। ਜੜਾਓ ਜੜਾਏ, ਤੇ ਕਈ ਬੰਦੇ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਹੈ ਜੜਤ ਜੜਨੀ। ਜਿੱਦਾਂ ਮੰਨ ਲਓ ਵੀ ਆਪਾਂ ਸੌਖਾ ਜਿਹਾ ਇਹਨੂੰ ਸਮਝ ਲਈਏ ਕਿ ਇੱਕ ਦੁਕਾਨ ਇੱਦਾਂ ਦੀ ਹੈ ਜਿਹੜੀ ਚੀਜ਼ਾਂ ਵੇਚਦੀ ਹੈ, ਪਰ ਇੱਕ ਖਾਸ ਕਾਰੀਗਰ ਨੇ ਜਿਹੜੇ ਉੱਥੋਂ ਚੀਜ਼ਾਂ ਖਰੀਦ ਕੇ ਤੇ ਉਹਨਾਂ ਨੂੰ ਜੜਦੇ ਨੇ ਉਹਨਾਂ ਚੀਜ਼ਾਂ ਦੇ ਵਿੱਚ। ਇਹ ਵੀ ਹਰ ਇੱਕ ਦਾ ਕੰਮ ਨਹੀਂ ਹੈ, ਇਹ ਬੜੀ ਬਰੀਕੀ ਦਾ ਕੰਮ ਹੈ, ਬੜਾ ਮਹੀਨ ਕੰਮ ਹੈ, ਪ੍ਰੈਕਟਿਸ ਤੋਂ ਬਾਅਦ 'ਚ ਆਉਂਦਾ। ਕੋ ਜੌਹਰੀ ਜੜਾਓ ਜੜਾਏ, ਪਾਸਾਰੀ ਪਰਚੂਨੀਆਂ, ਕੋਈ ਦਲਾਲੀ ਕਿਰਸ ਕਮਾਏ। ਇਹ ਸਾਰੀਆਂ ਕਿਰਤਾਂ ਨੇ ਵੀ ਕੋਈ ਪੰਸਾਰੀ ਦਾ ਕੰਮ ਕਰਦਾ ਪਿਆ ਹੈ, ਪਰਚੂਨ ਦਾ ਕੋਈ ਕੰਮ ਕਰਦਾ ਪਿਆ ਹੈ। ਵੈਸੇ ਪਰਚੂਨ ਦਾ ਮਤਲਬ ਹੁੰਦਾ ਹੈ ਉਹ ਦੁਕਾਨ ਜਿਹਦੇ ਵਿੱਚ ਆਟਾ ਹੋਵੇ, ਕਿਉਂਕਿ ਚੂਨਾ ਜਿਹੜਾ ਹੁੰਦਾ ਆਟੇ ਨੂੰ ਕਿਹਾ ਜਾਂਦਾ। ਦੋਏ ਸੇਰ ਮੰਗੋ ਚੂਨਾ, ਆਟੇ ਦੀ ਗੱਲ ਹੈ। ਜਿਹਦੇ ਦੁਕਾਨ ਦੇ ਉੱਤੇ ਆਟਾ, ਦਾਲ, ਤੇਲ, ਇਹ ਛੋਟੀਆਂ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨੂੰ ਕਹਿੰਦੇ ਨੇ ਪਰਚੂਨ ਦੀ ਦੁਕਾਨ। ਕੋਈ ਦਲਾਲੀ, ਦਲਾਲ ਦਾ ਮਤਲਬ ਹੁੰਦਾ ਹੈ, ਇਹ ਵੀ ਫਾਰਸੀ ਭਾਸ਼ਾ ਦਾ ਸ਼ਬਦ ਹੈ। ਦਲਾਲ ਦਾ ਮਤਲਬ ਹੁੰਦਾ ਵਿੱਚ ਪੈ ਕੇ ਸੌਦਾ ਕਰਾਉਣ ਵਾਲਾ, ਰਸਤਾ ਦਿਖਾਉਣ ਵਾਲਾ। ਕੋ ਦਲਾਲੀ ਕਿਰਸ ਕਮਾਏ, ਕਿਰਸ ਦਾ ਮਤਲਬ ਹੁੰਦਾ ਹੈ ਵੀ ਵੇਖੋ ਕਿੱਤਾ ਕਰਨ ਵਾਲਾ। ਇਹ ਤੁਹਾਡੇ ਸ਼ਹਿਰ ਦੇ ਵਿੱਚ ਇਹ ਕੰਮ ਕਾਫੀ ਚੱਲਦਾ ਹੈ ਵੀ ਇੱਧਰੋਂ ਬਿਲਡਿੰਗ ਖਰੀਦਣੀ ਹੈ, ਉੱਧਰ ਬਿਲਡਿੰਗ ਦੇਣੀ ਹੈ, ਉਹਨਾਂ ਦਾ ਕੰਮ ਇਹ ਹੈ, ਕਾਫੀ ਚੱਲਦਾ ਹੈ। ਮਤਲਬ ਕੀ ਹੈ ਵੀ ਕਿਰਤ ਹੈ, ਮਾਲਕ ਨੇ ਕਿਹੜੀ ਕਿਰਤ ਦੇ ਵਿੱਚ ਕਿਸੇ ਨੂੰ ਪਾਇਆ ਹੋਇਆ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਖਾਲਸੇ ਲਈ ਕੋਈ ਵੀ ਕਿਰਤ ਮਾਲਕ ਨੇ ਰੋਕੀ ਨਹੀਂ ਵੀ ਆਹ ਕਿਰਤ ਨਹੀਂ ਕਰਨੀ। ਉਹਦੇ ਵਿੱਚ ਬੱਜਰ ਕ੍ਰੈਤ ਨਾ ਹੋਵੇ, ਕਿਰਤ ਕੋਈ ਵੀ ਕਰ ਸਕਦਾ ਹੈ। ਸਿੱਖ ਨੀਵੀਂ ਤੋਂ ਨੀਵੀਂ ਲੈ ਕੇ ਉੱਚੀ ਤੋਂ ਉੱਚੀ ਕਿਰਤ ਕਰੇ। ਇਸੇ ਕਰਕੇ ਤੁਸੀਂ ਹਿੰਦੁਸਤਾਨ ਦੇ ਵਿੱਚ ਵੇਖੋਗੇ ਵੀ ਮਹਾਰਾਜ ਦੀ ਬਖਸ਼ਿਸ਼ ਹੈ, ਸਾਡਾ ਜਿਹੜਾ ਇਕੋਨਮੀ ਵਾਲਾ ਪਾਸਾ ਹੈ ਖਾਸ ਕਰਕੇ ਸਿੱਖਾਂ ਦਾ,
ਉਹ ਬੜਾ ਵਧੀਆ ਹੈ, ਕਿਉਂਕਿ ਕਿਸੇ ਕੰਮ ਨੂੰ ਕਰਨ ਦੇ ਵਿੱਚ ਸ਼ਰਮ ਨਹੀਂ ਹੈ। ਨੀਵੇਂ ਤੋਂ ਲੈ ਕੇ ਉੱਚੇ ਤੋਂ ਉੱਚਾ ਕੰਮ ਕਰਦੇ ਤੁਹਾਨੂੰ ਸਿੱਖ ਨਜ਼ਰ ਆਉਣਗੇ, ਕਿਉਂਕਿ ਮਹਾਰਾਜ ਨੇ ਕੰਮਾਂ ਦੇ ਵਿੱਚ ਸਿੱਖੀ ਨਹੀਂ ਵਾੜੀ ਵੀ ਆਹ ਕੰਮ ਕਰੇਗਾ ਤੇ ਫਿਰ ਸਿੱਖ ਹੈ, ਤੇ ਆਹ ਕੰਮ ਨਹੀਂ ਕਰੇਗਾ ਤੇ ਉਹ ਫਿਰ ਸਿੱਖ ਨਹੀਂ ਰਹੇਗਾ। ਇੱਦਾਂ ਦਾ ਕੋਈ ਖਿਆਲ ਨਹੀਂ। ਜਿਹਨੂੰ ਜਿਹੜਾ ਕੰਮ ਲੱਭਾ ਉਹਨੇ ਉਹ ਕੀਤਾ ਹੈ। ਇਹਦੇ ਬਾਰੇ ਵੀ ਬੜਾ ਵਧੀਆ ਖਿਆਲ ਹੈ, ਮੈਂ ਕਿਤੇ ਪੜ੍ਹਿਆ ਸੀ ਪਰ ਸਾਡਾ ਸਮਾਂ ਨਹੀਂ ਹੈ। ਇੱਕ ਸਪੈਸ਼ਲ ਲੇਖ ਬੋਲਿਆ ਸੀ ਉਹਨਾਂ ਸਿੱਖਾਂ ਦੇ ਬਾਰੇ ਜਿਹੜੇ ਪਾਕਿਸਤਾਨ ਤੋਂ ਆਏ ਸੀ ਤੇ ਉਹਨਾਂ ਨੇ ਇੱਥੇ ਆ ਕੇ ਕਿੱਦਾਂ ਆਪਣੇ ਆਪ ਨੂੰ ਸੈਟਲ ਕੀਤਾ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਇਸ ਦੇ ਬਾਰੇ, ਕਿਤੇ ਸਮਾਂ ਬਣੇਗਾ ਤੇ ਅਸੀਂ ਗੱਲ ਕਰਾਂਗੇ। ਬੜਾ ਸੋਹਣਾ ਲੇਖ ਲਿਖਿਆ ਸੀ ਉਹਨੇ ਇਸ ਚੀਜ਼ ਦੇ ਬਾਰੇ। ਕੋਈ ਇੱਦਾਂ ਦੀਆਂ ਕਿਰਤਾਂ ਕਰਦਾ ਹੈ, ਫਿਰ ਵੇਖੋ, ਜਾਤ ਸਨਾਤ ਸਹੰਸ ਲੱਖ, ਕਿਰਤ ਵਿਰਤ ਕਰ ਨਾਉ ਗਣਾਏ। ਜਾਤ ਦਾ ਮਤਲਬ ਚੰਗੀ ਜਾਤੀ ਹੋ ਗਈ, ਸਨਾਤ ਦਾ ਮਤਲਬ ਹੁੰਦਾ ਹੈ ਬੁਰੀ ਜਾਤੀ। ਸਾਡੇ ਲਈ ਚੰਗੀ ਬੁਰੀ ਕੁਝ ਨਹੀਂ ਹੈ। ਸਮਾਜ ਦੇ ਵਿੱਚ ਕੁਝ ਜਾਤੀਆਂ ਨੂੰ ਨੀਵੇਂ ਮੰਨਿਆ ਜਾਂਦਾ ਹੈ, ਉਹਨੂੰ ਸਨਾਤੀ ਕਿਹਾ ਜਾਂਦਾ ਹੈ। ਤੇ ਮਹਾਰਾਜ ਸਨਾਤ ਕਿਹਨੂੰ ਕਹਿੰਦੇ ਨੇ? ਨਾਨਕ ਨਾਮੈ ਬਾਝ ਸਨਾਤ, ਜਿਹਦੇ ਕੋਲ ਨਾਮ ਨਹੀਂ ਨਾ ਉਹ ਨੀਵੀਂ ਜਾਤ ਵਾਲਾ ਹੈ, ਭਾਵੇਂ ਬ੍ਰਾਹਮਣ ਕੁਲ ਦੇ ਵਿੱਚ ਵੀ ਜੰਮਿਆ ਹੋਵੇ। ਜਾਤ ਸਨਾਤ ਸਹੰਸ ਲੱਖ, ਜਿਹੜੇ ਸਹਿਸ ਹਜ਼ਾਰਾਂ ਹੀ ਲੱਖਾਂ ਹੀ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਉੱਚੀਆਂ ਤੇ ਨੀਵੀਆਂ ਜਾਤਾਂ ਵਾਲੇ ਕਿਹਾ ਜਾਂਦਾ ਹੈ। ਕਿਰਤ ਵਿਰਤ ਕਰ ਨਾਉ ਗਿਣਾਏ, ਜਿਹੋ ਜੀ ਉਹਨਾਂ ਦੀ ਕਿਰਤ ਉਹੋ ਜਿਹਾ ਉਹਨਾਂ ਦਾ ਨਾਮ ਪੈ ਗਿਆ। ਇਹ ਤੇ ਹੁਣ ਤੁਸੀਂ ਵੇਖਦੇ ਜੇ ਨਾ ਵੀ ਪੁਰਾਣੇ ਇੱਦਾਂ ਹੀ ਨਾਮ ਰੱਖ ਦਿੱਤੇ ਜਾਂਦੇ ਹੁੰਦੇ ਸੀ ਵੀ ਜਿਹਦਾ ਤੇਲ ਦਾ ਕਾਰੋਬਾਰ ਹੈ ਉਹਦਾ ਨਾਮ ਕੀ ਪੈ ਗਿਆ ਜੀ? ਇਹ ਤੇਲੀ ਹੈ। ਤੇਲ ਦੇ ਕਾਰੋਬਾਰ ਵਾਲੇ ਨੂੰ ਤੇਲੀ ਕਹਿ ਦੇਣਾ। ਹੁਣ ਜਿਹਦਾ ਕੰਮ ਖੁਸ਼ਬੂ ਵੇਚਣਾ ਹੈ, ਸੈਂਟ ਦਾ ਕੰਮ ਜਿਹੜਾ ਕਰਦਾ ਹੁੰਦਾ ਸੀ, ਗੰਧ ਦਾ ਕੰਮ ਕਰਦਾ ਸੀ, ਇਸ ਕਰਕੇ ਨਾਮ ਗੰਧ ਹੀ ਪੈ ਗਿਆ। ਹੋਰ ਕਿੰਨੇ ਨੇ, ਜਿਹੜਾ ਚਮੜੇ ਦਾ ਕੰਮ ਕਰਦਾ ਉਹਦਾ ਨਾਮ ਉਹ ਪੈ ਗਿਆ ਹੈ। ਕਾਰਨ ਕੀ ਹੈ ਵੀ ਜਿਹੋ ਜਿਹਾ ਉਹਨੇ ਕੰਮ ਫੜਿਆ ਉਹੋ ਜਿਹੇ ਕੰਮ ਤੋਂ ਉਹਦਾ ਨਾਮ ਰੱਖ ਦਿੱਤਾ ਜਾਂਦਾ ਸੀ। ਫਿਰ ਉਹਨੇ ਜਦੋਂ ਕੰਮ ਕਰਨਾ ਗਾਂ ਅਗਲੇ ਬੱਚਿਆਂ ਨੇ ਵੀ ਉਹੀ ਕੰਮ ਕਰਨਾ, ਗਾਂ ਉਹਦੇ ਬੱਚਿਆਂ ਨੇ ਵੀ ਉਹੀ ਕੰਮ ਕਰਨਾ, ਕਿਉਂਕਿ ਕਿੱਤਾ ਜਲਦੀ ਬਦਲਿਆ ਨਹੀਂ ਸੀ ਜਾਂਦਾ ਹੁੰਦਾ। ਫਿਰ ਉਹ ਹੌਲੀ ਹੌਲੀ ਪਰਿਵਾਰ ਦੇ ਨਾਮ ਦੇ ਨਾਲ ਪੱਕਾ ਹੀ ਜੁੜ ਗਿਆ ਵੀ ਉਹਨਾਂ ਦੇ ਘਰ ਜਾਣਾ ਜੀ। ਕਿੰਨਾਂ ਦੇ ਘਰ? ਉਹਨਾਂ ਨੇ ਭਾਵੇਂ ਕਾਰੋਬਾਰ ਛੱਡ ਵੀ ਦਿੱਤਾ ਹੋਵੇ ਤਾਂ ਵੀ ਉਹ ਕਹਿੰਦੇ ਨੇ ਵੀ ਉੱਥੇ ਹੀ ਜਾਣਾ। ਉਹ ਪੱਕੇ ਨਾਮ ਜੁੜ ਗਏ। ਕਿਰਤ ਵਿਰਤ ਕਰ ਨਾਉ ਗਣਾਏ। ਹੁਣ ਇਹ ਤੇ ਬਾਹਰ ਦੇ ਲੋਕਾਂ ਦੀ ਗੱਲ ਹੋ ਗਈ ਵੀ ਕੋਈ ਪੰਡਿਤ ਹੈ ਇੱਥੇ, ਤੁਹਾਨੂੰ ਕੋਈ ਡਾਕਟਰ ਮਿਲ ਜਾਵੇਗਾ, ਕੋਈ ਜਿਹੜਾ ਹੈ ਵਕੀਲ ਮਿਲ ਜਾਵੇਗਾ, ਕੋਈ ਰਾਜਾ ਮਿਲ ਜਾਵੇਗਾ, ਕੋਈ ਮਹੰਤ ਮਿਲ ਜਾਵੇਗਾ, ਕੋਈ ਬਜਾਜ ਮਿਲ ਗਿਆ, ਕੋਈ ਸਰਾਫ ਮਿਲ ਗਿਆ। ਇਹ ਤੇ ਬਾਹਰ ਦੇ ਕੰਮ ਨੇ। ਸਿੱਖ ਕੁਝ ਵੀ ਕਰ ਸਕਦਾ ਹੈ, ਪਰ ਹੁਣ ਗੁਰਸਿੱਖ ਦੀ ਜਦੋਂ ਧਾਰਮਿਕ ਜ਼ਿੰਦਗੀ ਦੀ ਗੱਲ ਆ ਗਈ, ਅਧਿਆਤਮ ਦੇ ਜੀਵਨ ਦੀ ਗੱਲ ਆ ਗਈ, ਤੇ ਉਹ ਕਹਿੰਦੇ ਨੇ ਸਾਧ ਸੰਗਤ ਗੁਰਸਿੱਖ ਮਿਲ। ਜਿਹੜਾ ਸਿੱਖ ਹੈ ਨਾ ਉਹ ਕੀ ਕਰਦਾ ਹੈ? ਸੰਗਤ ਦੇ ਵਿੱਚ ਆ ਕੇ ਮਿਲਦਾ ਹੈ। ਮੈਂ ਸ਼ਾਇਦ ਕੱਲ੍ਹ ਵੀ ਆਪ ਜੀ ਦੇ ਨਾਲ ਇਸ ਗੱਲ ਦੀ ਬੇਨਤੀ ਕੀਤੀ ਹੈ, ਕਿਰਤ ਕੋਈ ਵੀ ਕਰੋ, ਮਹਾਰਾਜ ਨੇ ਰੋਕਿਆ ਨਹੀਂ ਸਾਨੂੰ, ਪਰ ਕਿਰਤ ਇੱਦਾਂ ਦੀ ਹੋਵੇ ਵੀ ਸਾਡਾ ਰਹਿ ਰਸ ਕਰਨ ਦਾ ਟਾਈਮ ਲੱਗ ਜਾਵੇ। ਇਹ ਨਾ ਹੋਏ ਬਹਾਨਾ ਮਾਰੀਏ ਜੀ ਸਾਡਾ ਤਾਂ ਟਾਈਮ ਹੀ ਨਹੀਂ ਲੱਗਾ। ਕਿਰਤ ਕੋਈ ਵੀ ਕਰੀਏ ਤੇ ਕਿਰਤ ਇੱਦਾਂ ਦੀ ਹੋਵੇ ਵੀ ਸਾਡਾ ਨਿਤਨੇਮ ਕਰਨ ਦਾ, ਗੁਰਦੁਆਰੇ ਆਉਣ ਦਾ ਟਾਈਮ ਜ਼ਰੂਰ ਹੋਵੇ। ਤੇ ਤੁਹਾਡੇ ਵਿੱਚੋਂ ਬਹੁਤ ਇੱਦਾਂ ਦੇ ਆਉਂਦੇ ਨੇ, ਤੁਸੀਂ ਹੁਣ ਵੀ ਦਰਸ਼ਨ ਕਰ ਲਿਓ, ਕੁਝ ਤੇ ਚਲੇ ਵੀ ਗਏ ਨੇ। ਪ੍ਰੈਕਟਿਸ ਤੁਹਾਡੇ ਸਾਹਮਣੇ ਪ੍ਰੈਕਟੀਕਲ ਹੈ। ਆਫਿਸ ਦੇ ਵਿੱਚੋਂ ਆਉਂਦੇ ਹੋਏ ਆਪਣੀ ਕਿੱਟ ਵੀ ਲੈ ਕੇ ਆ ਰਹੇ ਨੇ। ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ, ਜਦੋਂ 8 ਘੰਟੇ ਬੰਦੇ ਨੂੰ ਆਫਿਸ ਦੇ ਵਿੱਚ ਬਿਠਾਇਆ ਹੋਵੇ ਨਾ, ਤੇ ਫਿਰ ਉਹਨੂੰ ਕਹੇ ਨਾ ਵੀ ਤੂੰ ਬਹਿ ਇੱਥੇ ਆ ਕੇ, ਤੇ ਬਹੁਤੇ ਬੰਦੇ ਕਹਿੰਦੇ ਅਸੀਂ ਤਾਂ ਥੱਕ ਗਏ ਹਾਂ, ਅਸੀਂ ਨਹੀਂ ਆਉਣਾ। ਉਹ ਵੇਖੋ ਆ ਕੇ ਬੈਠਦੇ ਵੀ ਨੇ। ਸਾਰਾ ਆਪਣੇ ਰੋਟੀ ਵਾਲੇ ਟਿਫਨ ਵੀ ਉਹਨਾਂ ਨੇ ਨਾਲ ਹੀ ਚੁੱਕੇ ਹੁੰਦੇ ਨੇ। ਤੇ ਖਾਸ ਕਰਕੇ ਜੇ ਕਿਤੇ ਰਸਤੇ ਦੇ ਵਿੱਚ ਘਰਦਿਆਂ ਨੇ ਫੋਨ ਕਰ ਦਿੱਤਾ ਵੀ ਮਾਰਕੀਟ ਦੇ ਵਿੱਚੋਂ ਆਉਂਦਿਆਂ ਆਹ ਚੀਜ਼ ਲੈ ਕੇ ਆਇਓ, ਉਹ ਵੀ ਨਾਲ ਲੈ ਕੇ ਆਉਣੀ ਹੈ। ਇੰਨਾ ਮਤਲਬ ਬਹੁਤਾ ਨਹੀਂ, ਤੇ ਬਹੁਤਿਆਂ ਦੇ ਕੋਲ ਤੇ ਲੈਪਟਾਪ ਹੁੰਦਾ ਹੈ ਉਹਨਾਂ ਦਾ, ਬਹੁਤਾ ਨਹੀਂ ਤਾਂ 7-8 ਕਿਲੋ ਦਾ ਬੈਗ ਲੈ ਕੇ ਜਿਹੜੇ ਉੱਥੋਂ ਤੁਰ ਕੇ ਆਉਂਦੇ ਨੇ ਸਟੇਸ਼ਨ ਤੋਂ ਜਾਂ ਕਿਤਿਓਂ ਵੀ ਆਉਂਦੇ ਨੇ, ਜੇ ਗੁਰਦੁਆਰਿਓਂ ਆ ਕੇ ਇੱਥੇ ਆ ਕੇ ਬੈਠਦੇ ਨੇ ਤਾਂ ਇਹਦਾ ਮਤਲਬ ਹੈ ਵੀ ਮਾਲਕ ਨੇ ਇੱਕ ਰੂਟੀਨ ਦੇ ਵਿੱਚ ਗੱਲ ਪਾ ਦਿੱਤੀ ਹੈ ਵੀ ਤੁਸੀਂ ਗੁਰਦੁਆਰੇ ਹੋ ਕੇ ਜਾਣਾ ਹੀ ਜਾਣਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਘਰੋਂ ਆ ਰਹੇ ਨੇ ਉਹ ਉਹਨਾਂ ਦੇ ਨਾਲੋਂ ਪਿੱਛੇ ਨੇ, ਉਹਨਾਂ ਦੇ ਨਾਲੋਂ ਬਰਾਬਰ ਦੇ ਨੇ, ਕੋਈ ਫਰਕ ਨਹੀਂ ਪੈਂਦਾ। ਪਰ ਮਾਲਕ ਨੇ ਇੱਕ ਖੇਡ ਬਣਾ ਦਿੱਤੀ ਵੀ ਕਿਰਤ ਕੋਈ ਵੀ ਕਰੋ, ਪਰ ਰੂਟੀਨ ਦੇ ਵਿੱਚੋਂ ਗੁਰਦੁਆਰਾ ਨਹੀਂ ਮਿਸ ਹੋਣਾ ਚਾਹੀਦਾ। ਇਹ ਗੱਲ ਜ਼ਰੂਰ ਬਣਾ ਕੇ ਚੱਲਣੀ ਹੈ। ਸਾਧ ਸੰਗਤ ਗੁਰ ਸਿੱਖ ਮਿਲ, ਆਸਾ ਵਿੱਚ ਨਿਰਾਸ ਵਲਾਏ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਇੱਕ ਤੇ ਸਿੱਖ ਉਹ ਹੈ ਜਿਹੜਾ ਸੰਗਤ ਦੇ ਵਿੱਚ ਆਉਂਦਾ ਹੈ, ਫਿਰ ਆਸਾ ਦੇ ਵਿੱਚ ਨਿਰਾਸ਼ ਰਹਿੰਦਾ ਹੈ। ਇਹ ਆਸਾ ਦੇ ਵਿੱਚ ਨਿਰਾਸ਼ ਰਹਿਣਾ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਤੁਸੀਂ ਪਾਠ ਕਰੋਗੇ ਤੇ ਬੜੀ ਵਾਰ ਤੁਹਾਨੂੰ ਇਹ ਚੀਜ਼ ਪੜ੍ਹਨ ਨੂੰ ਮਿਲੇਗੀ ਵੀ ਆਸਾ ਦੇ ਵਿੱਚ ਨਿਰਾਸ਼ ਰਹੋ, ਆਸਾ ਦੇ ਵਿੱਚ ਨਿਰਾਸ਼ ਰਹੋ। ਹੁਣ ਇਹ ਕੀ ਖਿਆਲ ਹੈ? ਤੇ ਮੈਂ ਬੇਨਤੀ ਕਰ ਦੇਵਾਂ, ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝ ਲਿਓ, ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲਾ ਵਿਸ਼ਾ ਹੈ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ। ਹਜ਼ੂਰ ਕਹਿੰਦੇ ਨੇ, ਜਿਉਂ ਜਨਨੀ ਸੁਤ ਪਾਲਤੀ, ਜਿਉਂ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ, ਕਰ ਭੋਗ ਬਿਲਾਸਾ। ਸਾਡਾ ਜਨਮ ਸਾਡੇ ਮਾਤਾ ਪਿਤਾ ਦੇ ਘਰ ਦੇ ਵਿੱਚ ਹੋਇਆ, ਤੇ ਜਦੋਂ ਜਨਮ ਹੋਇਆ ਸੀ ਨਾ, ਤੇ ਹਰ ਮਾਤਾ ਪਿਤਾ ਨੂੰ ਆਪਣੇ ਬੱਚੇ ਦੇ ਉੱਤੇ ਇੱਕ ਆਸ ਹੁੰਦੀ ਹੈ। ਉਹ ਆਸ ਹੁੰਦੀ ਹੈ। ਤੇ ਮਹਾਰਾਜ ਦੇ ਕੋਲੋਂ ਮਾਫੀ ਮੰਗ ਕੇ ਕਵਾਂ, ਜੇ ਭਲਾ ਸਾਨੂੰ ਪਹਿਲਾਂ ਹੀ ਪਤਾ ਹੋਵੇ ਵੀ ਆਹ ਜਿਹੜਾ ਬੱਚਾ ਪੈਦਾ ਹੋਣਾ ਹੈ, ਇਹਨੇ ਵੱਡਾ ਹੋ ਕੇ ਤੇ ਆਪਣੇ ਮਾਤਾ ਪਿਤਾ ਨੂੰ ਘਰ ਤੋਂ ਬਾਹਰ ਕੱਢ ਦੇਣਾ ਹੈ, ਕੋਈ ਜਨਮ ਦੇਵੇਗਾ ਇਹੋ ਜਿਹੇ ਬੱਚੇ ਨੂੰ, ਮਾਤਾ ਪਿਤਾ ਕਦੀ ਵੀ ਤਿਆਰ ਨਹੀਂ ਹੋਣਗੇ। ਇਸ ਕਰਕੇ ਤੁਸੀਂ ਕਿਤੇ ਵੇਖਿਓ, ਹੁਣ ਉਹਨੇ ਤੇ ਆਸ ਹੀ ਲਾਈ ਸੀ ਨਾ, ਪਰ ਜ਼ਰੂਰੀ ਨਹੀਂ ਵੀ ਹਰ ਵੇਲੇ ਆਸ ਪੂਰੀ ਹੀ ਹੋ ਜਾਵੇ। ਇਹ ਸਿਰਫ ਇਦਾਂ ਦੀ ਗੱਲ ਹੈ। ਚਲੋ ਉਹ ਉਦਾਹਰਣ ਲੈ ਲਈ ਆ। ਮਹਾਰਾਜ ਕਹਿੰਦੇ ਨੇ ਵੀ ਉਹਦੇ ਸੋਚ ਦੇ ਵਿੱਚ ਇਹ ਸੀ ਵੀ ਬੱਚੇ ਕਮਾਉਣਗੇ, ਬੱਚਿਆਂ ਨੇ ਮਾਂ ਪਿਓ ਦੀ ਕਮਾਈ ਵੀ ਖਾ ਲਈ ਤੇ ਆਪ ਵੀ ਨਹੀਂ ਕੁਝ ਕਮਾਇਆ। ਮਾਂ ਪਿਓ ਦੀ ਆਸ ਤੇ ਇਹੋ ਹੀ ਸੀ, ਪਰ ਆਸ ਕੀ ਹੋਇਆ, ਆਸ ਜਿਹੜੀ ਸੀ ਉਹ ਨਿਰਾਸ਼ਾ ਦੇ ਵਿੱਚ ਬਦਲ ਗਈ। ਹੁਣ ਇੱਕ ਤੇ ਚੀਜ਼ ਇਹ ਸੀ ਵੀ ਮੈਂ ਪਹਿਲਾਂ ਹੀ ਏਡੀ ਵੱਡੀ ਆਸ ਕਰਕੇ ਬੈਠਾ ਹੋਇਆ ਹਾਂ ਵੀ ਇਦਾਂ ਹੋ ਹੀ ਜਾਵੇ। ਸਾਡੀ ਸਭ ਤੋਂ ਵੱਡੀ ਉਦਾਸੀ ਦਾ ਕਾਰਨ ਇਹੀ ਹੈ, ਅਸੀਂ ਆਸਾਂ ਏਡੀਆਂ ਵੱਡੀਆਂ ਲਾਈਆਂ ਹੋਈਆਂ ਨੇ ਵੀ ਇਦਾਂ ਹੋ ਹੀ ਜਾਵੇਗਾ। ਮਤਲਬ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ, ਖੇਤੀ ਕਰਦਾ ਪਿਆ ਹੈ ਕਿਸਾਨ, ਉਹ ਜਿੱਦਣ ਬੀਜ ਸੁੱਟਦਾ ਪਿਆ ਹੈ ਉਦਣ ਹੀ ਉਹਨੇ ਆਸ ਲਾਈ ਹੋਈ ਹੈ ਵੀ ਇੰਨਾ ਮੈਨੂੰ ਇਹਦੇ ਵਿੱਚੋਂ ਪ੍ਰੋਫਿਟ ਹੋਣਾ ਹੈ। ਇਹ ਨਹੀਂ ਕਿ ਆਸ ਕਰਨੀ ਬੁਰੀ ਗੱਲ ਹੈ, ਪਰ ਇਹ 100% ਸ਼ੋਰ ਥੋੜ੍ਹਾ ਹੈ ਵੀ ਉਹਨੇ ਜੋ ਬੀਜ ਦਿੱਤਾ ਹੈ ਉਹਨੂੰ 100% ਫਲ ਦੇਵੇਗਾ ਹੀ ਦੇਵੇਗਾ। ਇਹ ਸ਼ੋਰ ਥੋੜ੍ਹਾ ਹੈ। ਮੈਨੂੰ ਆਸ ਹੈ, ਮੈਂ ਕਾਰੋਬਾਰ ਸ਼ੁਰੂ ਕੀਤਾ ਹੈ, ਦੁਕਾਨ ਸ਼ੁਰੂ ਕੀਤੀ ਹੈ ਵੀ ਇਹ ਦੁਕਾਨ ਚੱਲੇਗੀ, ਮਹਾਰਾਜ ਕਿਰਪਾ ਕਰੇ ਚੱਲ ਵੀ ਪਵੇ, ਪਰ 100% ਸ਼ੋਰ ਥੋੜ੍ਹਾ ਹੈ ਵੀ ਇਹ ਚੱਲ ਹੀ ਪਵੇਗੀ। ਕਈਆਂ ਦਾ ਨਹੀਂ ਵੀ ਚੱਲਦਾ, ਕਈਆਂ ਦਾ ਬਹੁਤ ਚੱਲ ਪੈਂਦਾ। ਇਹਨੂੰ ਕੀ ਕਿਹਾ ਜਾਂਦਾ ਵੀ ਆਪਣੇ ਵੱਲੋਂ ਤਾਂ ਮੈਂ ਆਸ ਲੈ ਕੇ ਚੱਲਿਆ ਹਾਂ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਜੇ ਉਹ ਆਸ ਨਹੀਂ ਪੂਰੀ ਹੋਈ, ਮੈਂ ਉਹਦੇ ਲਈ ਤਿਆਰੀ ਕੀਤੀ ਸੀ, ਮੈਂ ਉਹਦੇ ਲਈ ਤਿਆਰੀ ਕਰਕੇ ਬੈਠਾ ਹਾਂ ਵੀ ਮੈਂ ਤੇ ਆਹ ਸੋਚ ਕੇ ਆਇਆ ਸੀ, ਇਹ ਨਹੀਂ ਹੋਇਆ। ਤੇ ਜੇ ਨਹੀਂ ਹੋਇਆ ਤੇ ਫਿਰ ਮੈਂ ਕੀ ਹੁੰਦਾ ਹਾਂ, ਜਾਂ ਤਾਂ ਮੈਂ ਗੁੱਸੇ ਦੇ ਵਿੱਚ ਆ ਜਾਂਦਾ ਹਾਂ ਵੀ ਇਦਾਂ ਕਿਉਂ ਨਹੀਂ ਹੁੰਦਾ, ਤੇ ਜਾਂ ਮੈਂ ਸਿਰ ਸੁੱਟ ਕੇ ਤੇ ਬੈਠ ਜਾਂਦਾ ਹਾਂ ਵੀ ਹਾਏ ਇਦਾਂ ਕਿਉਂ ਨਹੀਂ ਹੋਇਆ, ਕਿਉਂਕਿ ਮੈਂ ਕੀ ਕੀਤਾ ਸੀ, ਮੈਂ ਆਸ ਹੀ ਏਡੀ ਵੱਡੀ ਲਾ ਲਈ ਸੀ। ਜ਼ਿੰਦਗੀ ਦੇ ਵਿੱਚ ਔਖੇ ਹੋਣ ਦਾ ਸਾਡਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ, ਅਸੀਂ ਬੈਠੇ 2021 ਦੇ ਵਿੱਚ ਹਾਂ ਤੇ ਆਸਾਂ ਅਸੀਂ 50 ਦੀਆਂ ਲਾ ਕੇ ਬੈਠੇ ਹੋਏ ਹਾਂ। ਮੈਂ ਨਹੀਂ ਕਹਿੰਦਾ ਵੀ ਅੱਗੇ ਦੇ ਬਾਰੇ ਸੋਚਣਾ ਨਹੀਂ ਹੈ। ਮਹਾਰਾਜ ਕਹਿੰਦੇ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ। ਪਹਿਲਾਂ ਹੀ ਬੰਦਾ ਸੋਚ ਕੇ ਬੈਠਾ ਹੋਵੇ ਤੇ ਆਉਣ ਵਾਲੇ ਸਮੇਂ 'ਚ ਔਖਾ ਨਹੀਂ ਹੁੰਦਾ। ਪਰ ਇਹਦਾ ਇੱਕ ਪਾਸਾ ਵੀ ਇਹ ਹੈ ਵੀ ਜ਼ਿੰਦਗੀ ਜਿਹੜੀ ਹੈ ਨਾ, ਉਹ ਕਦੀ ਵੀ ਇੰਨੀ ਸ਼ੋਰ ਹੋ ਕੇ ਨਹੀਂ ਚੱਲਦੀ ਵੀ ਆਪਾਂ ਕਹੀਏ ਜੀ ਮੈਂ ਸੋਚਿਆ ਤੇ ਇਦਾਂ ਹੀ ਹੋਵੇਗਾ। ਇਦਾਂ ਨਹੀਂ ਵੀ ਹੁੰਦਾ ਕਿ ਮੈਂ ਤਿਆਰ ਸੀ ਇਸ ਚੀਜ਼ ਦੇ ਲਈ ਵੀ ਜੇ ਇਦਾਂ ਨਹੀਂ ਹੋਇਆ ਤੇ ਫਿਰ ਮੈਂ ਕੀ ਕਰਾਂਗਾ। ਚਲੋ ਇੱਕ ਬਚਨ ਆਪ ਜੀ ਦੇ ਅੱਗੇ ਬੜੀ ਵਾਰ ਕਈਆਂ ਨੇ ਬੋਲਿਆ ਹੁੰਦਾ ਹੈ ਤੇ ਮੈਂ ਰੱਖ ਦੇਵਾਂ। ਉਹ ਕਹਿੰਦੇ 2 ਜਾਣਿਆਂ ਨੇ ਮਿਲ ਕੇ ਨਾ ਵਪਾਰ ਸ਼ੁਰੂ ਕੀਤਾ, ਤੇ ਹਰ ਕੋਈ ਜਦੋਂ ਵਪਾਰ ਸ਼ੁਰੂ ਕਰਦਾ ਹੈ ਤੇ ਮਨ ਦੇ ਵਿੱਚ ਇੱਕ ਥਿੰਕਿੰਗ ਲੈ ਕੇ ਚੱਲਦਾ ਵੀ ਸਾਨੂੰ ਸਾਲ ਦੇ ਵਿੱਚ ਇੰਨਾ ਸਾਡਾ ਉਹਦੇ ਵਿੱਚ ਅਸੀਂ ਇਨਵੈਸਟ ਕੀਤਾ ਹੈ, ਆਹ ਸਾਡਾ ਜਿਹੜਾ ਹੈ ਸਾਨੂੰ ਪ੍ਰੋਫਿਟ ਹੋ ਜਾਵੇਗਾ, ਆਹ ਸਾਡੇ ਖਰਚੇ ਆ ਜਾਣਗੇ। ਹੁਣ ਕਹਿੰਦੇ ਨੇ ਵੀ ਜਦੋਂ ਸਾਲ ਹੋ ਗਿਆ ਤੇ ਦੋਵੇਂ ਜਾਣੇ ਇਕੱਠੇ ਬੈਠੇ ਵੀ ਹਿਸਾਬ ਤੇ ਕਰੀਏ ਵੀ ਸਾਨੂੰ ਬਚਿਆ ਕੀ ਤੇ ਸਾਡਾ ਲੱਗਾ ਕੀ। ਉਹ ਕਹਿੰਦੇ ਦੋਵਾਂ ਜਾਣਿਆਂ ਨੂੰ ਨਾ 5-5 ਲੱਖ ਰੁਪਈਏ ਦਾ ਪ੍ਰੋਫਿਟ ਹੋ ਗਿਆ। ਹੁਣ ਇੱਕ ਜਾਣਾ ਹੈ ਉਹ ਬੜਾ ਖੁਸ਼ ਵੀ 5 ਲੱਖ ਦਾ ਪ੍ਰੋਫਿਟ ਹੈ, ਕੋਈ ਥੋੜ੍ਹਾ ਨਹੀਂ ਹੈ, ਤੇ ਦੂਜਾ ਜਿਹੜਾ ਹੈ ਉਹ ਬਿਲਕੁਲ ਹੀ ਰੋਈ ਜਾਂਦਾ ਹੈ ਵੀ ਕੁਝ ਬਣਿਆ ਹੀ ਨਹੀਂ। ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ। ਉਹ ਜਿਹੜਾ ਖੁਸ਼ ਸੀ ਉਹ ਤਾਂ ਕਹਿੰਦਾ ਮੈਂ ਤਾਂ ਆਸ ਹੀ 3 ਲੱਖ ਦੀ ਲਾ ਕੇ ਬੈਠਾ ਸੀ, ਮੈਨੂੰ ਤਾਂ 2 ਲੱਖ ਦਾ ਫਾਇਦਾ ਹੋ ਗਿਆ ਸੀ। ਮੈਂ ਤਾਂ ਸੋਚ ਹੀ ਲਾਈ ਸੀ ਵੀ 3 ਲੱਖ ਮਿਲ ਜਾਣਾ, ਚਲੋ 5 ਲੱਖ ਮਿਲ ਗਿਆ। ਤੇ ਦੂਜਾ ਉਹ ਕਹਿੰਦਾ ਮੈਂ ਤਾਂ 7 ਲੱਖ ਦੀ ਸੋਚ ਲਾ ਕੇ ਬੈਠਾ ਸੀ, 2 ਲੱਖ ਦਾ ਤਾਂ ਮੈਨੂੰ ਘਾਟਾ ਪੈ ਗਿਆ। ਹਾਲਾਂਕਿ ਨਾ ਕਿਸੇ ਨੂੰ ਘਾਟਾ ਹੋਇਆ ਤੇ ਨਾ ਕਿਸੇ ਨੂੰ ਪ੍ਰੋਫਿਟ ਹੋਇਆ ਹੈ, ਜੋ ਮਿਲਿਆ ਹੈ ਉਹੀ ਮਿਲਿਆ ਹੈ ਦੋਵਾਂ ਨੂੰ। ਇੱਕ ਥਿੰਕਿੰਗ ਦੇ ਵਿੱਚ ਇੱਕ ਗੱਲ ਚੱਲ ਗਈ, ਮੈਂ ਏਡੀ ਵੱਡੀ ਆਸ ਲਾ ਕੇ ਬੈਠਾ ਸੀ ਵੀ ਇਦਾਂ ਹੀ ਹੋਵੇਗਾ, ਤੇ ਬਾਏ ਦਾ ਵੇ ਇਦਾਂ ਨਾ ਹੋਏ ਫਿਰ ਮੈਂ ਕੀ ਕਰਾਂਗਾ। ਇਦਾਂ ਨਹੀਂ ਹੁੰਦਾ ਤੇ ਲੋਕ ਕੀ ਕੀ ਕਰ ਲੈਂਦੇ ਨੇ। ਬਖਸ਼ ਲਵੇ ਸਤਿਗੁਰੂ, ਇਹ ਸਿੱਖਾਂ ਦੇ ਜੀਵਨ ਦੇ ਬਾਰੇ ਗੱਲ ਬੋਲੀ ਹੈ। ਲੋਕਾਂ ਦੀ ਆਸ ਮੁਤਾਬਕ ਨਹੀਂ ਹੁੰਦਾ ਤੇ ਮਹਾਰਾਜ ਦੀ ਹਜ਼ੂਰੀ 'ਚ ਮਾਫੀ ਮੰਗ ਕੇ ਕਹਿੰਦਾ ਹਾਂ, ਲੋਕੀ ਸੁਸਾਈਡ ਕਰ ਲੈਂਦੇ ਨੇ। ਕਿਉਂ? ਕਿਉਂਕਿ ਆਸ ਮੁਤਾਬਕ ਨਹੀਂ ਹੋਇਆ। ਮੈਂ ਚਾਹੁੰਦਾ ਸੀ ਇਦਾਂ ਹੋ ਜਾਵੇ, ਨਹੀਂ ਹੋਇਆ। ਨਹੀਂ ਹੋਇਆ ਤਾਂ ਫਿਰ ਕੀ ਕਰ ਲਿਆ? ਜ਼ਿੰਦਗੀ ਖਤਮ ਕਰ ਲਈ।
ਹਰ ਇੱਕ ਚੀਜ਼ ਦੇ ਲਈ ਉਹਨੇ ਤਿਆਰ ਰਹਿਣਾ ਹੈ। ਸਿੱਖ ਨੇ, ਮੈਂ ਫਿਰ ਕਹਿ ਦੇਵਾਂ, ਅਸੀਂ ਤਿਆਰੀ ਨਹੀਂ ਸੀ ਕੀਤੀ। ਆ ਜਿਹੜੇ ਸਾਲ ਨਿਕਲੇ ਨੇ ਪਿੱਛੇ, ਅਜੇ ਵੀ ਚੱਲਦੇ ਪਏ ਨੇ, ਕਿੰਨੇ ਤਿਆਰੀ ਕੀਤੀ ਸੀ? ਵੇਖ ਲਓ, 2-3 ਦਿਨਾਂ ਦੇ ਵਿੱਚ ਹੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਪੂਰੇ ਹਿੰਦੁਸਤਾਨ ਦੀ। ਦੁਨੀਆ ਦੀ ਤੇ ਗੱਲ ਹੀ ਆਪਾਂ ਕੀ ਕਰ ਸਕਦੇ। 2-3 ਦਿਨਾਂ ਦੇ ਵਿੱਚ ਹੀ ਜੋ ਹਾਲ ਹੋ ਗਏ, ਮਾਰਕੀਟ ਕਿੱਥੇ ਚਲੀ ਗਈ, ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ। ਅਸੀਂ ਤਿਆਰੀ ਤੇ ਨਹੀਂ ਸੀ ਨਾ, ਸੋਚਿਆ ਵੀ ਨਹੀਂ ਸੀ ਇਸ ਚੀਜ਼ ਦੇ ਬਾਰੇ ਵੀ ਹੋ ਜਾਵੇਗਾ, ਪਰ ਹੋ ਗਿਆ। ਹਰ ਇੱਕ ਚੀਜ਼ ਦੇ ਲਈ ਜਦੋਂ ਅਸੀਂ ਕਿਸੇ ਕੰਮ ਦੇ ਵਿੱਚ ਪੈਂਦੇ ਹਾਂ ਨਾ, ਤੇ ਉਹਦੇ ਹਰ ਵੇਲੇ 2 ਰਸਤੇ ਹੁੰਦੇ ਹੀ ਹੁੰਦੇ ਨੇ। ਅਸੀਂ ਸ਼ੋਰ ਹੋ ਕੇ ਇਹ ਨਹੀਂ ਚੱਲਣਾ ਹੁੰਦਾ ਵੀ ਜਿੱਦਾਂ ਮੈਂ ਚਾਹਾਂ ਇਦਾਂ ਹੀ ਹੋਵੇਗਾ, ਕਿਸੇ ਵੇਲੇ ਨਹੀਂ ਵੀ ਹੋ ਸਕਦਾ। ਮਾਤਾ ਦੇ ਘਰ ਦੇ ਵਿੱਚ ਬੱਚਾ ਹੋਣ ਵਾਲਾ ਹੈ ਤੇ ਮਾਂ ਪਹਿਲਾਂ ਹੀ ਆਸ ਲਾ ਕੇ ਬੈਠੀ ਆ ਵੀ ਪੁੱਤ ਜੰਮੂਗਾ। ਉਹ ਕੀ ਹੋਇਆ, ਜਨਮ ਵੇਲੇ ਧੀ ਦਾ ਜਨਮ ਹੋ ਗਿਆ। ਹੁਣ ਧੀ ਵਿਚਾਰੀ ਦਾ ਕੀ ਕਸੂਰ ਹੈ? ਉਹਨੇ ਤਾਂ ਜੰਮ ਹੀ ਪੈਣਾ ਹੈ ਨਾ, ਬੱਚੇ ਦਾ ਤਾਂ ਜਨਮ ਹੋਣਾ ਹੀ ਹੋਣਾ ਹੈ। ਪਰ ਮਾਤਾ ਨੇ ਆਸ ਜਿਹੜੀ ਲਾਈ ਸੀ ਨਾ, ਉਹ ਆਸ ਪੂਰੀ ਨਹੀਂ ਹੋਈ। ਉਹ ਆਸ ਪੂਰੀ ਨਹੀਂ ਹੋਈ ਤੇ ਘਰ ਦੇ ਵਿੱਚ ਵੇਖੋ ਲੋਕੀ ਰੋਣ ਲੱਗ ਪੈਂਦੇ ਨੇ, ਕਿਉਂਕਿ ਆਸ ਪੂਰੀ ਨਹੀਂ ਹੋਈ। ਕਿਹੜੀ ਆਸ ਦੇ ਉੱਤੇ ਦੁਨੀਆ ਚੱਲਦੀ ਪਈ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਇਹੋ ਜੀਆਂ ਬੇਕਾਰ ਦੀਆਂ ਆਸਾਂ ਜਿਹੜੀਆਂ ਨੇ ਨਾ, ਉਹ ਛੱਡਣੀਆਂ। ਇਹ ਨਹੀਂ ਕਿ ਤੁਸੀਂ ਆਸ ਨਹੀਂ ਕਰਨੀ ਵੀ ਦੁਕਾਨ ਖੋਲ੍ਹਣੀ ਹੈ ਤੇ ਸਾਡਾ ਕਾਰੋਬਾਰ ਚੱਲੇਗਾ, ਚੱਲ ਸਕਦਾ ਹੈ। ਪਰ ਕੀ ਅਸੀਂ ਇਸ ਗੱਲ ਨੂੰ ਲੈ ਕੇ ਚੱਲਦੇ ਹਾਂ ਵੀ ਜੇ ਨਾ ਚੱਲਿਆ ਤੇ ਮੈਂ ਉਹਦੇ ਲਈ ਕਿੰਨਾ ਕੁ ਤਿਆਰ ਹਾਂ? ਇਹ ਦੋਵੇਂ ਪਾਸੇ ਨੇ ਜ਼ਿੰਦਗੀ ਦੇ। ਮੈਂ ਇਹ ਨਹੀਂ ਕਹਿ ਰਿਹਾ ਵੀ ਚੱਲੇ ਹੀ ਨਾ, ਸਾਰੇ ਜਾਣੇ ਇਸੇ ਆਸ ਦੇ ਵਿੱਚ ਬੈਠਦੇ ਨੇ। ਪਰ ਮੈਂ ਇਹ ਕਹਿ ਰਿਹਾ ਹਾਂ ਜੇ ਨਾ ਚੱਲਿਆ ਤੇ ਉਹਦੇ ਲਈ ਮੇਰੀ ਕੀ ਤਿਆਰੀ ਹੈ? ਮੈਂ ਆਪਣੀ ਗੱਲ ਹੀ ਤੁਹਾਡੇ ਅੱਗੇ ਰੱਖ ਦੇਵਾਂ ਵੀ ਮੈਂ ਕਹਾਂ ਜੀ ਮੈਂ ਤੇ ਉਦੋਂ ਕਥਾ ਕਰਾਂ ਜਦੋਂ ਮੈਂ ਆ ਕੇ ਬੈਠਾਂ ਤੇ ਮੇਰੇ ਆਉਣ ਤੋਂ ਪਹਿਲਾਂ ਦਰਬਾਰ ਸਾਹਿਬ ਭਰਿਆ ਹੋਵੇ ਤੇ ਫਿਰ ਮੈਨੂੰ ਸੁਣਨ ਵਾਲੇ 200-400 ਜਣੇ ਬੈਠੇ ਹੋਣ ਤੇ ਫਿਰ ਮੈਂ ਕਥਾ ਕਰਾਂ ਤੇ ਆਉਣ ਨੂੰ ਇੱਕ ਵੀ ਨਾ ਆਵੇ, ਫਿਰ ਮੇਰੇ ਦਿਲ ਤੇ ਕੀ ਬੀਤੇਗੀ? ਕਿਉਂਕਿ ਮੈਂ ਪਹਿਲਾਂ ਹੀ ਇਹ ਸੋਚ ਕੇ ਆਇਆ ਸੀ ਵੀ ਭਰਿਆ ਹੋਵੇ ਦਰਬਾਰ ਸਾਹਿਬ ਤੇ ਫਿਰ ਹੀ ਕਥਾ ਕਰਨੀ। ਉਹਦੇ ਨਾਲ ਕੀ ਹੋਵੇਗਾ? ਆਸਾ ਨਿਰਾਸ਼ਾ ਦੇ ਵਿੱਚ ਬਦਲ ਜਾਵੇਗੀ। ਇੱਕ ਵਿਚਾਰਵਾਨ ਹੋਏ ਨੇ, ਉਹ ਕਹਿੰਦੇ ਨੇ ਵੀ ਆਈ ਹੋਪ ਫੋਰ ਦਾ ਬੈਸਟ ਬਟ ਆਈ ਪ੍ਰੀਪੇਅਰ ਫੋਰ ਦਾ ਵਸਟ। ਮੈਂ ਬਿਲਕੁਲ ਆਸ ਹੈ ਮੈਨੂੰ ਵੀ ਚੰਗਾ ਹੋਵੇ, ਮੈਨੂੰ ਇੱਛਾ ਹੈ, ਮੈਨੂੰ ਇਹੋ ਹੀ ਇੱਛਾ ਵੀ ਸਾਰਾ ਕੁਝ ਚੰਗਾ ਹੋਵੇ। ਪਰ ਮੈਂ ਤਿਆਰੀ ਵੀ ਕੀਤੀ ਹੈ ਵੀ ਜੇ ਬੇਕਾਰ ਹੋ ਗਿਆ ਤੇ ਕੋਈ ਗੱਲ ਨਹੀਂ, ਮੈਂ ਉਹਨੂੰ ਵੀ ਮੈਨੇਜ ਕਰ ਲਵਾਂਗਾ ਜ਼ਿੰਦਗੀ ਦੇ ਵਿੱਚ। ਇਹ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਕਿੱਦਾਂ ਹੋਵੇ? ਅਸੀਂ ਤੇ ਇਹੋ ਹੀ ਸੋਚਦੇ ਹਾਂ ਵੀ ਨਹੀਂ, ਜੇ ਕੀਤਾ ਹੈ ਤੇ ਇਹ ਚੱਲਣਾ ਹੀ ਚਾਹੀਦਾ ਹੈ। ਜੇ ਮੈਂ ਅਰਦਾਸ ਕੀਤੀ ਹੈ ਤੇ ਇਹ ਮੰਨੀ ਹੀ ਜਾਣੀ ਚਾਹੀਦੀ ਹੈ। ਜੇ ਮੈਂ ਇਸ ਕੰਮ ਦੇ ਵਿੱਚ ਪਿਆ ਹਾਂ ਤੇ ਮੈਂ ਇਸ ਕੰਮ ਦੇ ਵਿੱਚ ਸਭ ਤੋਂ ਸਿਖਰ ਦੇ ਉੱਤੇ ਹੀ ਹੋਣਾ ਚਾਹੀਦਾ ਹਾਂ। ਭਾਈ ਨਹੀਂ ਵੀ ਹੋ ਸਕਦਾ, ਸ਼ੋਰ ਨਹੀਂ ਹੈ ਸਾਰਾ ਕੁਝ ਜ਼ਿੰਦਗੀ ਦੇ ਵਿੱਚ, ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ। ਉਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਭਾਈ ਜਿਹੜਾ ਗੁਰਸਿੱਖ ਹੈ ਨਾ, ਸੰਗਤ ਦੇ ਵਿੱਚ ਆਉਂਦਾ ਤੇ ਹੈ, ਪਰ ਉਹਨੇ ਜ਼ਿੰਦਗੀ ਦਾ ਇੱਕ ਮਕਸਦ ਬਣਾ ਕੇ ਰੱਖਿਆ ਹੈ। ਭਾਈ ਜੋ ਕੁਝ ਆਸ ਉਹਨੇ ਲਾਈ ਹੈ, ਪਰ ਉਹਨੇ ਇਸ ਗੱਲ ਦੀ ਆਸ ਨਹੀਂ ਲਾਈ ਵੀ ਇਦਾਂ ਹੀ ਹੋਵੇਗਾ। ਜੋ ਹੋ ਗਿਆ ਮਾਲਕ ਦੇ ਵੱਲੋਂ, ਉਸ ਗੱਲ ਨੂੰ ਸਿਰ ਮੱਥੇ ਮੰਨ ਲਿਆ। ਔਰ ਇਹਨੂੰ ਮੈਂ ਫਿਰ ਕਹਿ ਦੇਵਾਂ, ਕਹਿਣਾ ਬੜਾ ਸੌਖਾ ਜੇ। ਸਤਿਗੁਰੂ ਕਹਿੰਦੇ ਸਾਡੀਆਂ ਆਸਾਂ ਹੀ ਸਾਨੂੰ ਬੰਧ ਲੈਂਦੀਆਂ ਨੇ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਆਸਾ ਬੰਦੇ ਨੂੰ ਬੰਧ ਲੈਂਦੀ ਹੈ। ਆਸਾ ਬੰਦੀ ਮੂਰਖ ਦੇ, ਮੂਰਖ ਦੀ ਜਿਹੜੀ ਦੇਹੀ ਹੈ ਨਾ, ਉਹ ਆਸਾਂ ਦੇ ਵਿੱਚ ਵੱਜੀ ਹੈ। ਇੱਦਾਂ ਹੋ ਜਾਵੇ, ਇੱਦਾਂ ਹੋ ਜਾਵੇ। ਇੱਕ ਆਸ ਪੂਰੀ ਹੋ ਜਾਂਦੀ ਹੈ, ਅਗਲੀ ਆਸ ਵੱਲ ਦੌੜ ਪੈਂਦਾ ਹੈ। ਜਿਹਨੂੰ ਸੁਖਮਨੀ ਸਾਹਿਬ 'ਚ ਅਸੀਂ ਪੜ੍ਹਦੇ ਹਾਂ, ਸਹਿਸ ਖੱਟੇ ਲੱਖ ਕੋ ਉਠਤਾਵੇ। ਇਹ ਨਹੀਂ ਕਿ ਲੱਖ ਕਮਾਉਣੇ ਨਹੀਂ ਨੇ, ਲੱਖ ਕਮਾ ਲਵੇ, ਪਰ ਜੇ ਲੱਖ ਪੂਰੇ ਹੋ ਗਏ ਨੇ, ਆਸ ਫਿਰ ਕਰੋੜਾਂ ਦੇ ਉੱਤੇ ਚਲੀ ਗਈ। ਆਸ ਤੇ ਉੱਥੇ ਰਹੀ ਹੈ ਨਾ, ਆਸ ਕੀ ਸ਼ਾਂਤ ਹੋਈ ਹੈ? ਆਸ ਤੇ ਖਤਮ ਹੀ ਨਹੀਂ ਹੋਈ। ਆਸਾ ਦੇ ਵਿੱਚ ਨਿਰਾਸ਼ ਹੋਣ ਦਾ ਮਤਲਬ ਹੈ ਵੀ ਉਹਨੇ ਇੱਛਾ ਤੇ ਕੀਤੀ ਹੈ ਵੀ ਇਦਾਂ ਹੋ ਜਾਵੇ, ਜੇ ਨਹੀਂ ਵੀ ਹੋਇਆ ਤਾਂ ਵੀ ਮਾਲਕ ਦੀ ਰਜ਼ਾ ਹੈ, ਕੋਈ ਚੱਕਰ ਨਹੀਂ। ਮਾਲਕ ਨੂੰ ਇਹੋ ਹੀ ਸ਼ਾਇਦ ਇਸ ਗੱਲ ਦੇ ਲਈ ਮਨਜ਼ੂਰੀ ਸੀ ਵੀ ਰੱਬ ਇਦਾਂ ਹੀ ਚਾਹ ਰਿਹਾ ਸੀ ਇਸ ਗੱਲ ਨੂੰ। ਆਪਣੇ ਆਪ ਨੂੰ ਤਿਆਰ ਰੱਖਣਾ ਦੋਵਾਂ ਹਾਲਤਾਂ ਦੇ ਵਿੱਚ। ਚੰਗਾ ਹੋਵੇਗਾ, ਰੱਬ ਦੀ ਮੌਜ, ਰੱਬ ਦੀ ਰਜ਼ਾ। ਜੇ ਚੰਗਾ ਨਹੀਂ ਹੋਇਆ, ਮੇਰੀ ਇੱਛਾ ਮੁਤਾਬਕ ਨਹੀਂ ਹੋਇਆ, ਫਿਰ ਮੈਂ ਕਿੰਨਾ ਕੁ ਤਿਆਰ ਹਾਂ? ਭਾਈ ਗੁਰਦਾਸ ਸਾਹਿਬ ਕਹਿੰਦੇ ਸਿੱਖ ਹਰ ਵੇਲੇ ਤਿਆਰ ਰਹਿੰਦਾ ਹੈ। ਕਿਸਾਨ ਫਸਲ ਬੀਜੀ, ਖਰਚਾ ਵੀ ਕੀਤਾ, ਸਾਰਾ ਕੁਝ ਕੀਤਾ, ਪੱਕਣ ਦੇ ਦਿਨ ਆਏ, ਮੀਂਹ ਪੈ ਗਏ। ਕੀ ਕਰ ਲਿਆ ਕਿਸਾਨ ਨੇ? ਤੁਸੀਂ ਸ਼ਾਇਦ ਤੁਹਾਡੇ ਕੋਲ ਤਾਂ ਚਲੋ ਖਬਰਾਂ ਘੱਟ ਆਉਂਦੀਆਂ ਹੋਣਗੀਆਂ, ਮਾਲਵੇ ਦੇ ਇਲਾਕੇ ਦੇ ਵਿੱਚ 50-50 ਹਜ਼ਾਰ ਰੁਪਏ ਨੂੰ ਪੈਲੀ ਠੇਕੇ ਦੇ ਉੱਤੇ ਲੈ ਕੇ ਉਹਨਾਂ ਨੇ ਨਰਮਾ ਬੀਜਿਆ ਅਤੇ ਉਹ ਜਿਹੜੇ ਫੁੱਲ ਸੀ ਉਹਨਾਂ ਦੇ ਵਿੱਚ ਸੁੰਡੀ ਪੈ ਗਈ, ਸਾਰੀ ਫਸਲ ਬਰਬਾਦ ਹੋ ਗਈ। 4-4 ਮਹੀਨੇ ਖੇਤਾਂ ਦੇ ਵਿੱਚ ਲਾਏ, 50-50 ਹਜ਼ਾਰ ਰੁਪਈਆ ਵੀ ਭਰਿਆ, ਉੱਤੇ ਵੀ ਖੇਤਾਂ 'ਤੇ ਖਰਚਾ ਆਇਆ ਵੀ ਜਦੋਂ ਨਿਕਲਣ ਦੀ ਵਾਰੀ ਆਈ ਤਾਂ ਉੱਦਾਂ ਹੀ ਵਾਹੁਣਾ ਪੈ ਗਿਆ, ਕੁਝ ਨਹੀਂ ਨਿਕਲਿਆ। ਕਿੰਨੇ ਕੁ ਤਿਆਰ ਹਾਂ ਅਸੀਂ ਇਸ ਚੀਜ਼ ਲਈ? ਕਿਸੇ ਵੀ ਕਾਰੋਬਾਰ ਦੇ ਵਿੱਚ ਮੈਂ ਫਿਰ ਕਹਿ ਦੇਵਾਂ, ਉਨੀ ਕੁ ਤਿਆਰੀ ਰੱਖ ਕੇ ਚੱਲੀਏ ਵੀ ਭਾਈ ਕੁਝ ਵੀ ਵਾਪਰ ਸਕਦਾ ਹੈ ਤੇ ਉਸ ਕੁਝ ਵੀ ਲਈ ਮੈਂ ਕਿੰਨਾ ਕੁ ਤਿਆਰ ਹਾਂ।
ਭਾਈ ਗੁਰਦਾਸ ਸਾਹਿਬ ਕਹਿੰਦੇ ਸਿੱਖ ਜਿਹੜਾ ਹੈ ਨਾ ਉਹ ਸੰਗਤ ਦੇ ਵਿੱਚ ਆਉਂਦਾ ਹੈ ਤੇ ਪਰ ਕੀ ਹੈ, ਆਸਾ ਵਿੱਚ ਨਿਰਾਸ। ਏਡੀਆਂ ਆਸਾਂ ਵਾਲੀਆਂ ਪੰਡਾਂ ਨਹੀਂ ਬਣ ਕੇ ਚੱਲਦਾ। ਉਹਨੇ ਬਸ ਆਰਾਮ ਦੀ ਜ਼ਿੰਦਗੀ ਜੀਣੀ ਹੈ, ਜੋ ਮਾਲਕ ਕਰ ਦੇਵੇਗਾ ਠੀਕ ਹੈ। ਇੰਨੀ ਵੱਡੀ ਆਸ ਬਣ ਕੇ ਨਾ ਚੱਲੋ। ਇੱਥੇ ਆਸ ਦਾ ਮਤਲਬ ਇਹ ਨਹੀਂ ਵੀ ਜ਼ਿੰਦਗੀ 'ਚ ਸੋਚਣਾ ਨਹੀਂ ਹੈ। ਇੱਥੇ ਆਸ ਦਾ ਮਤਲਬ ਹੈ ਵੀ ਜੇ ਆਸ ਨਾ ਪੂਰੀ ਹੋਈ ਤੇ ਫਿਰ ਕੀ ਹੋਵੇਗਾ। ਖਬਰਾਂ ਬੜੀਆਂ ਨੇ ਇੱਦਾਂ ਦੀਆਂ, ਸਾਡਾ ਸਮਾਂ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਕੀ ਦੱਸਾਂ। ਪੰਜਾਬ ਦੀ ਪਿੱਛੇ ਜੇ ਖਬਰ ਸੀ, ਆਈਲੈਟਸ ਦੇ ਪੇਪਰ ਦੇ ਵਿੱਚੋਂ ਕੁੜੀ ਦੇ ਬੈਂਡ ਨਹੀਂ ਆਏ, ਉਹ ਬੱਚੀ ਨੇ ਖੁਦਕੁਸ਼ੀ ਕਰ ਲਈ। ਇਹ ਖਬਰ ਸੀ, ਤੁਸੀਂ ਵੇਖੋ, ਕਿਉਂਕਿ ਆਸ ਹੀ ਏਡੀ ਵੱਡੀ ਸੀ ਵੀ ਆ ਹੀ ਜਾਣੇ ਨੇ। ਤੇ ਆਈਲੈਟਸ ਪਤਾ ਨਹੀਂ ਕਿੱਡੀ ਕੁ ਵੱਡੀ, ਮਤਲਬ ਉਹਨੂੰ ਜ਼ਿੰਦਗੀ ਦੀ ਖੇਡ ਲੱਗੀ ਸੀ ਵੀ ਇਹ ਨਾ ਪੂਰੇ ਹੋਏ ਤੇ ਜ਼ਿੰਦਗੀ ਸ਼ਾਇਦ ਖਤਮ ਹੋ ਜਾਣੀ। ਕਰ ਲਿਆ ਨਾ ਬੰਦੇ ਨੇ, ਕਈ ਕੁਝ ਕਰ ਜਾਂਦੇ ਨੇ ਬੰਦੇ। ਕਿਉਂ? ਕਿਉਂਕਿ ਮੈਨੂੰ ਲੱਗਦਾ ਇਹ ਨਹੀਂ ਪੂਰੀ ਹੋਈ ਤੇ ਜ਼ਿੰਦਗੀ ਮੁੱਕ ਗਈ ਹੈ। ਜ਼ਿੰਦਗੀ ਕਿਉਂ ਮੁੱਕ ਗਈ ਹੈ? ਅਗਲੇ ਪਾਸੇ ਲਈ ਤਿਆਰ ਹੋਵੋ। ਚੈਲੰਜ ਜ਼ਿੰਦਗੀ ਦੇ ਇਹ ਨੇ। ਆਸਾ ਵਿੱਚ ਨਿਰਾਸ ਵਲਾਏ ਦਾ ਮਤਲਬ ਹੈ ਆਸ ਕਰ ਲਈ, ਨਹੀਂ ਪੂਰੀ ਹੋਈ ਤਾਂ ਵੀ ਕੋਈ ਚਿੰਤਾ ਨਹੀਂ। ਜੇ ਪੂਰੀ ਹੋ ਗਈ ਹੈ ਤੇ ਵਾਹ ਭਲੀ ਗੱਲ। ਪਹਿਲੀ ਗੱਲ ਤੇ ਆਸ ਉੱਠੇ ਹੀ ਨਾ। ਜੇ ਉੱਠ ਵੀ ਪਈ ਹੈ ਤੇ ਪੂਰੀ ਹੋਈ ਜਾਂ ਨਹੀਂ ਹੋਈ, ਦੋਵਾਂ ਹਾਲਤਾਂ ਦੇ ਵਿੱਚ ਆਪਣੇ ਆਪ ਨੂੰ ਬੈਲੈਂਸ ਰੱਖ ਕੇ ਚੱਲਣਾ ਇਹ ਗੁਰਸਿੱਖ ਦਾ ਕਰਮ ਹੈ। ਤੇ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਬਦ ਸੁਰਤ ਲਿਵ ਅਲੱਖ ਲਿਖਾਏ। ਉਹਦਾ ਜਿਹੜਾ ਧਿਆਨ ਹੈ ਨਾ, ਉਹਦੀ ਸੁਰਤ ਸ਼ਬਦ ਦੇ ਵੱਲ ਹੁੰਦੀ ਹੈ ਤੇ ਅਲੱਖ ਵਾਹਿਗੁਰੂ ਨੂੰ ਲੱਖ ਲੈਂਦਾ ਹੈ। ਮਤਲਬ ਸ਼ਬਦ ਦੇ ਵੱਲ ਧਿਆਨ ਜੋੜ ਕੇ ਸੰਗਤ ਦੇ ਵਿੱਚ ਆ ਕੇ ਤੇ ਮਾਲਕ ਨੂੰ ਲੱਖਦਾ ਹੈ। ਕਹਿਣ ਦਾ ਭਾਵ ਕੀ ਹੈ ਵੀ ਸਮਾਜ ਦੇ ਵਿੱਚ ਤੁਹਾਨੂੰ ਵੱਖਰੇ ਵੱਖਰੇ ਕਿੱਤਿਆਂ ਵਾਲੇ ਲੋਕ ਮਿਲ ਜਾਣਗੇ। ਸਿੱਖ ਡਾਕਟਰ ਵੀ ਹੋ ਸਕਦਾ ਹੈ, ਵਕੀਲ ਵੀ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ। ਪਰ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਉਹ ਸਿੱਖ ਹੋਵੇ, ਉਹਨੂੰ ਪਤਾ ਹੋਵੇ ਵੀ ਮੈਂ ਜੋ ਆਸ ਕਰਦਾ ਪਿਆ ਹਾਂ ਉਹ ਪੂਰੀ ਹੋ ਜਾਵੇ। ਪਰ ਜੇ ਨਹੀਂ ਵੀ ਹੋਈ ਤੇ ਆਪਣੇ ਆਪ ਨੂੰ ਫਰਸਟ੍ਰੇਟ ਨਹੀਂ ਕਰਨਾ, ਆਪਣੇ ਆਪ ਨੂੰ ਇੰਨਾ ਡਿਮੋਰਲਾਈਜ਼ ਨਹੀਂ ਕਰਨਾ ਵੀ ਹਾਏ ਜ਼ਿੰਦਗੀ ਮੁੱਕ ਗਈ ਹੈ। ਜ਼ਿੰਦਗੀ ਨਹੀਂ ਮੁੱਕੀ ਹੈ, ਜ਼ਿੰਦਗੀ ਅਜੇ ਅਸੀਂ ਜੀ ਰਹੇ ਹਾਂ ਤੇ ਅਜੇ ਜ਼ਿੰਦਗੀ ਸਾਡੇ ਪੱਲੇ ਹੈ। ਉਸ ਚੀਜ਼ ਨੂੰ ਲੈ ਕੇ ਗੁਰਸਿੱਖ ਚੱਲਦਾ ਹੈ। ਇਹਦੇ ਕੁਝ ਪਾਸੇ ਨੇ ਜੋ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਪੌੜੀ ਅਸੀਂ ਹੋਰ ਵਿਚਾਰ ਲਈਏ। ਜਿਹੜੇ ਨਾ ਸਮਾਜ ਦੇ ਵਿੱਚ, ਚਾਹੇ ਇੱਦਾਂ ਕਹਿ ਲਈਏ ਵੀ ਚੰਗੇ ਰੂਪ ਦੇ ਵਿੱਚ ਤੇ ਚਾਹੇ ਮਾੜੇ ਰੂਪ ਦੇ ਵਿੱਚ, ਜਿਨ੍ਹਾਂ ਦੀ ਲੋਕ ਪੂਜਾ ਕਰਦੇ ਨੇ। ਬਹੁਤੇ ਲੋਕੀ ਇਸ ਕਰਕੇ ਵੀ ਪਾਠ ਕਰਦੇ ਨੇ ਜਾਂ ਜਪ ਤਪ ਕਰਦੇ ਨੇ, ਉਹ ਕਹਿੰਦੇ ਜੀ ਇੱਦਾਂ ਪਾਠ ਕਰਾਂਗੇ ਨਾ ਤੇ ਸਾਡੇ ਪੱਲੇ ਤਾਕਤਾਂ ਆ ਜਾਣਗੀਆਂ। ਤੁਸੀਂ ਵੇਖਿਓ, ਇੱਕ ਖਾਸ ਮੰਤਰ ਦਾ ਜਾਪ ਕਰਨਾ। ਜਿਹੜੇ ਜਾਦੂ ਟੂਣਿਆਂ ਵਾਲੇ ਹੁੰਦੇ ਨੇ, ਤਾਂਤਰਿਕ ਵਿਦਿਆ ਵਾਲੇ ਹੁੰਦੇ ਨੇ, ਇਹ ਸਾਰੇ ਇਸੇ ਤਰ੍ਹਾਂ ਦੇ ਕੰਮ ਕਰਦੇ ਨੇ ਵੀ ਪਾਣੀਆਂ ਦੇ ਕੰਢੇ ਦੇ ਉੱਤੇ ਬੈਠ ਕੇ ਉਹਨਾਂ ਨੇ ਤਪੱਸਿਆ ਕਰੀ ਜਾਣੀ ਹੈ। ਉਹਨਾਂ ਨੇ ਜਿਹੜੇ ਨੇ ਉਹ ਜਲ ਧਾਰੇ ਕਰਨੇ ਨੇ, ਮਿੱਥ ਕੇ ਪਾਠ ਕਰਨੇ। ਮਤਲਬ ਆਹ ਪਾਠ ਕਰਾਂਗੇ ਫਿਰ ਸਾਨੂੰ ਜੇ ਇੰਨਾ ਪਾਠ ਕੀਤਾ ਹੈ ਉਹਦੇ ਬਦਲੇ 'ਚ ਸਾਡੇ ਕੋਲ ਤਾਕਤਾਂ ਆ ਜਾਣਗੀਆਂ। ਜਦੋਂ ਤਾਕਤਾਂ ਸਾਡੇ ਪੱਲੇ ਆ ਗਈਆਂ ਤਾਂ ਲੋਕੀ ਸਾਡੇ ਕੋਲ ਆਉਣਗੇ ਤੇ ਅਸੀਂ ਲੋਕਾਂ ਨੂੰ ਆਪਣੇ ਅਧੀਨ ਕਰਾਂਗੇ। ਬੜੇ ਲੋਕ ਨੇ ਜਿਨ੍ਹਾਂ ਦੇ ਕੋਲ ਲੋਕ ਪੁੱਛਣਾ ਪਾਉਣ ਚਲੇ ਜਾਂਦੇ ਨੇ, ਜਾਂ ਜਿਹੜੇ ਲੋਕਾਂ ਨੂੰ ਧਾਗੇ ਤਵੀਤ ਦਿੰਦੇ ਫਿਰਦੇ ਨੇ। ਇਹ ਕੁਝ ਨਾ ਕੁਝ ਚੀਜ਼ ਇਹਨਾਂ ਦੇ ਪੱਲੇ ਇਸ ਪਾਸੇ ਤੋਂ ਆ ਗਈ। ਪਰ ਇਹਨੂੰ ਭਾਈ ਗੁਰਦਾਸ ਸਾਹਿਬ ਨੇ ਕਿੱਦਾਂ ਬੋਲਿਆ? ਉਹ ਕਹਿੰਦੇ ਅਸਲ ਦੇ ਵਿੱਚ ਇਹ ਹੈ ਜਿਹੜੇ ਨੇ ਨਾ, ਇਹ ਹਉਮੈ ਦੇ ਵਿੱਚ ਜੀਂਦੇ ਨੇ, ਹੰਕਾਰ ਦੇ ਵਿੱਚ ਜੀਂਦੇ ਨੇ। ਕਿਉਂ? ਕਿਉਂਕਿ ਇਹਨਾਂ ਦੀ ਬੰਦਗੀ ਇਸ ਕਰਕੇ ਨਹੀਂ ਸੀ ਵੀ ਅਸੀਂ ਰੱਬ ਨੂੰ ਮਿਲ ਸਕੀਏ। ਇਹਨਾਂ ਦੀ ਬੰਦਗੀ ਇਸ ਕਰਕੇ ਸੀ ਵੀ ਅਸੀਂ ਤਗੜੇ ਹੋ ਜਾਈਏ ਤੇ ਲੋਕ ਸਾਡੇ ਕੋਲ ਆਉਣੇ ਸ਼ੁਰੂ ਹੋ ਜਾਣ। ਫਿਰ ਉਹ ਕੋਈ ਵੀ ਹੋਵੇ, ਚਾਹੇ ਸਿੱਖ ਵੀ ਪਾਠ ਕਰਕੇ ਤੇ ਇਹੋ ਹੀ ਸੋਚਦਾ ਪਿਆ ਨਾ ਵੀ ਮੇਰੇ ਪੱਲੇ ਚਾਰ ਤਾਕਤਾਂ ਆ ਜਾਣ ਤੇ ਲੋਕਾਂ ਨੂੰ ਮੈਂ ਆਪਣੀ ਗੱਲ ਦੱਸਾਂ ਵੀ ਆਹ ਗੱਲ ਇੱਦਾਂ ਪੂਰੀ ਹੋ ਜਾਂਦੀ, ਕਈ ਪੁੱਛਣਾ ਪਾਉਣ ਲੱਗ ਜਾਂਦੇ ਨੇ ਨਾ। ਉਹ ਜਿਹੜੀ ਗੱਲ ਹੈ ਉਹਨੂੰ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੰਟਰੋਲ ਰੱਖ ਕੇ ਚੱਲਣਾ ਹੈ। ਉਹਦਾ ਧਿਆਨ ਮਾਲਕ ਦੇ ਵੱਲ ਹੋਵੇ। ਕਿਸੇ ਨੂੰ ਸਿੱਖ ਨੇ ਨਹੀਂ ਮੰਨਣਾ ਹੈ। ਸਿੱਖ ਸਿਰਫ ਅਕਾਲ ਦਾ ਪੁਜਾਰੀ ਹੈ। ਸਮਾਜ ਦੇ ਵਿੱਚ ਬੜੇ ਬੜੇ ਲੋਕ ਇੱਦਾਂ ਦੇ ਆ ਜਾਣਗੇ ਨਾ ਤੇ ਜਿਨ੍ਹਾਂ ਦੇ ਬਾਰੇ ਮਸ਼ਹੂਰੀਆਂ ਅਕਸਰ ਕੀਤੀਆਂ ਜਾਂਦੀਆਂ ਜੀ, ਇਹ ਬਾਬਾ ਬੜਾ ਤਗੜਾ, ਇਹ ਤੇ ਆਉਣ ਜਾਣ ਦਾ ਸਾਰਾ ਕੁਝ ਦੱਸ ਦਿੰਦਾ, ਇਹਨੂੰ ਆਹ ਵੀ ਚੀਜ਼ ਦਾ ਪਤਾ, ਜੋ ਮਰਜ਼ੀ ਪਤਾ ਹੋਵੇ। ਸਿੱਖ ਦਾ ਮਤਲਬ ਸਿਰਫ ਅਕਾਲ ਦੀ ਪੂਜਾ ਹੈ। ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਵੇਖੋਗੇ, ਜਤੀ ਸਤੀ ਚਿਰ ਜੀਵਣੇ। ਜਤੀ ਦਾ ਮਤਲਬ ਜਿਹਦਾ ਇੰਦਰੀਆਂ ਤੇ ਕੰਟਰੋਲ ਹੈ। ਸਤੀ ਦਾਨੀ, ਜਿਹਨੂੰ ਦਾਨ ਕਰਨ ਦੀ ਬੜੀ ਆਦਤ ਹੈ, ਸੁਭਾਅ ਹੈ ਜਿਹਦਾ। ਚਿਰ ਜੀਵਣੇ, ਜਿਨ੍ਹਾਂ ਦੀਆਂ ਉਮਰਾਂ ਲੰਮੀਆਂ ਹੋ ਜਾਂਦੀਆਂ ਨੇ, ਜਿਹੜੇ ਸਿੱਧ ਲੋਕ ਨੇ। ਸਾਧਕ ਸਿੱਧ ਨਾਥ ਗੁਰ ਚੇਲੇ, ਬੜੇ ਬੜੇ ਵੱਡੇ ਜਿਹੜੇ ਸਾਧਕ ਹੁੰਦੇ ਨੇ ਵੀ ਕਈ ਤਰੀਕਿਆਂ ਦੀਆਂ ਸਾਧਨਾ ਕਰਦੇ ਨੇ। ਨਾਥ, ਜਿਹੜੇ ਨਾਥ ਪੰਥ ਦੇ ਪੁਜਾਰੀ ਨੇ, ਇਹਨਾਂ ਦੇ ਗੁਰੂ ਤੇ ਇਹਨਾਂ ਦੇ ਚੇਲੇ। ਫਿਰ ਵੇਖੋ ਦੇਵੀ ਦੇਵ, ਕਿੰਨੇ ਦੇਵੀ ਦੇਵਤੇ ਨੇ ਜਿਹੜੇ ਸਿਰਫ ਸੁਸਾਇਟੀ ਦੀਆਂ
ਸਮਾਜ ਦੀਆਂ ਸ਼ਕਤੀਆਂ ਨੂੰ ਮੁੱਖ ਰੱਖ ਕੇ ਬਣਾਏ ਗਏ ਨੇ। ਜਿੱਦਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ, ਬਾਰਿਸ਼ ਦਾ ਦੇਵਤਾ, ਅੱਗ ਦਾ ਦੇਵਤਾ, ਇਹੋ ਜਿਹੇ ਦੇਵਤੇ, ਕਿੰਨੀ ਪੂਜਾ ਹੈ ਇਹਨਾਂ ਦੀ। ਦੇਵੀ ਦੇਵ ਰਿਖੀਸੁਰਾ, ਰਿਖੀਸ਼ਰ ਜਿਹੜਾ ਸ਼ਬਦ ਹੈ ਰਿਸ਼ੀਆਂ ਦੇ ਈਸ਼ਰ, ਜਿਹੜੇ ਰਿਸ਼ੀਆਂ ਤੋਂ ਵੀ ਉੱਤੇ ਨੇ। ਖੇਤਰਪਾਲ, ਜਿਹੜੇ ਖੇਤਰਪਾਲ ਹੁੰਦੇ ਨੇ ਖੇਤਰ ਦੀ ਰੱਖਿਆ ਕਰਨ ਵਾਲੇ। ਵੈਸੇ ਇਹਦਾ ਅੱਖਰੀ ਅਰਥ ਇਹ ਹੈ, ਜਿਹੜਾ ਖੇਤਰਪਾਲ ਹੈ ਨਾ, ਉਹਨੂੰ ਕਾਲੀ ਦੇਵੀ ਦੇ ਪੱਛਮ ਦੇ ਦਰਵਾਜ਼ੇ ਦਾ ਰਖਵਾਲਾ ਮੰਨਿਆ ਜਾਂਦਾ ਹੈ, ਵੀ ਉਹਦੇ ਦਰਵਾਜ਼ੇ ਦੀ ਰੱਖਿਆ ਕਰਦਾ ਹੈ। ਇਹਨੂੰ ਜਿਹੜਾ ਹੈ ਨਾ ਉਹ ਭੂਤ ਪ੍ਰੇਤ ਵਾਲੇ ਪਾਸੇ ਤੋਂ ਵੀ ਵਰਤਿਆ ਜਾਂਦਾ ਹੈ। ਲੋਕੀ ਇਹਦਾ ਡਰ ਵੀ ਬੜਾ ਮਨ ਦੇ ਵਿੱਚ ਰੱਖ ਕੇ ਚੱਲਦੇ ਨੇ। ਬਹੁ ਮੇਲੇ, ਮਹਾਰਾਜ ਕਹਿੰਦੇ ਐਦਾਂ ਦੇ ਮੇਲ ਵਾਲੇ ਬਚਨ। ਗਣ ਜਿਹੜੇ ਨੇ, ਗਣ ਦਾ ਮਤਲਬ ਐਸੇ ਹੁੰਦਾ ਹੈ ਸਮੂਹ, ਗਰੁੱਪ, ਦੇਵਤਿਆਂ ਦੇ ਸੇਵਕ ਹੁੰਦੇ ਨੇ ਗਣ। ਗੰਧਰਵ, ਦੇਵਤਿਆਂ ਦੀ ਸਭਾ ਦੇ ਵਿੱਚ ਜਿਹੜੇ ਗਾਉਣ ਵਾਲੇ ਹੁੰਦੇ ਨੇ। ਅਪਸਰਾ, ਇਹ ਵੈਸੇ ਅਪ ਦਾ ਮਤਲਬ ਹੁੰਦਾ ਹੈ ਪਾਣੀ, ਜਿਹੜੀਆਂ ਪਾਣੀ ਦੇ ਵਿੱਚੋਂ ਨਿਕਲੀਆਂ ਹੋਈਆਂ ਨੇ। ਇਹਨਾਂ ਦੇ ਬਾਰੇ ਇਹ ਖਿਆਲ ਹੈ ਵੀ ਇਹ ਲੋਕਾਂ ਦਾ ਧਿਆਨ ਡਾਇਵਰਟ ਕਰਨ ਦੇ ਲਈ, ਖਾਸ ਕਰਕੇ ਰਿਸ਼ੀ ਮੁਨੀਆਂ ਦਾ ਤਪ ਭੰਗ ਕਰਨ ਦੇ ਲਈ ਇਹ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ। ਤੁਸੀਂ ਬੜੀਆਂ ਕਹਾਣੀਆਂ ਇੱਦਾਂ ਦੀਆਂ ਸੁਣੀਆਂ ਜੀ, ਫਲਾਣਾ ਰਿਸ਼ੀ ਤਪ ਕਰਦਾ ਪਿਆ ਸੀ, ਅਪਸਰਾ ਆਈ ਤੇ ਉਹਨੇ ਤਪ ਭੰਗ ਕਰ ਦਿੱਤਾ। ਰੂਪ ਬਦਲਣ ਦੇ ਵਿੱਚ ਮਾਹਿਰ, ਇਹੋ ਜਿਹੀਆਂ। ਔਰ ਲੋਕੀ ਇਹਨਾਂ ਦੀ ਖਾਸ ਕਰਕੇ ਪੂਜਾ ਕਰਦੇ ਨੇ। ਮਨ 'ਚ ਇੱਛਾ ਕਰ ਲਈ ਜੀ ਮੈਂ ਇਹਨਾਂ ਨੂੰ ਵਸ ਦੇ ਵਿੱਚ ਕਰਨਾ ਹੈ, ਲੋਕੀ ਤੁਰ ਪਏ ਇਹਨਾਂ ਦੀ ਪੂਜਾ ਕਰਨ ਦੇ ਲਈ। ਕਿੰਨਰ ਵੈਸੇ ਜਿਹੜਾ ਸ਼ਬਦ ਹੈ ਨਾ, ਉਹਦਾ ਮਤਲਬ ਹੁੰਦਾ ਹੈ ਜਿਹੜੇ ਬੰਦੇ ਦੀ ਸ਼ਕਲ ਸੋਹਣੀ ਨਾ ਹੋਵੇ। ਅੱਜ ਕੱਲ੍ਹ ਸਾਡੀ ਸੁਸਾਇਟੀ ਦੇ ਵਿੱਚ ਇਹਨੂੰ ਹੋਰ ਪਾਸੇ ਤੋਂ ਵਰਤਿਆ ਜਾਂਦਾ ਹੈ। ਇਹ ਉਹ ਹੁੰਦਾ ਹੈ ਦੇਵਤਿਆਂ ਦੀ ਸਭਾ ਦੇ ਵਿੱਚ ਵਿਚਰਨ ਵਾਲੇ ਬੰਦੇ ਹੁੰਦੇ ਨੇ, ਜਿਨ੍ਹਾਂ ਦੀ ਜਿਹੜੀ ਉੱਪਰਲਾ ਫੇਸ ਹੁੰਦਾ ਹੈ, ਮੂੰਹ ਹੁੰਦਾ ਹੈ, ਉਹ ਘੋੜੇ ਦਾ ਹੁੰਦਾ ਹੈ ਤੇ ਧੜ ਜਿਹੜਾ ਉਹ ਮਨੁੱਖ ਦਾ ਹੁੰਦਾ। ਉਹਨਾਂ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ, ਜਿਹੜਾ ਕਿੰਨਰ ਸ਼ਬਦ ਹੈ ਉਹਨਾਂ ਲਈ ਵਰਤਿਆ ਜਾਂਦਾ ਹੈ, ਦੇਵਤਿਆਂ ਦੀ ਸਭਾ ਦੇ ਵਿੱਚ ਰਹਿਣ ਵਾਲੇ। ਜਸ਼, ਜਕਸ਼ ਜਿਹੜੇ ਨੇ, ਚਲਿਤ ਬਹੁ ਖੇਲੇ, ਇੱਦਾਂ ਦੀ ਜਿਹੜੀ ਹੈ ਉਹ ਕਈ ਖੇਡ ਖੇਡਣ ਵਾਲੇ। ਰਾਖਸ਼, ਦਾਨੋ, ਦੈਂਤ, ਲਖ, ਰਾਖਸ਼, ਦਾਨਵ, ਦੈਂਤ, ਲਖ, ਅੰਦਰ ਦੂਜਾ ਭਾਉ ਦੁਹੇਲੇ। ਇਹਨਾਂ ਸਾਰਿਆਂ ਦੇ ਅੰਦਰ ਦੂਜਾ ਭਾਉ ਹੈ। ਮਤਲਬ ਕੀ ਹੈ? ਆਪਣੀ ਤਾਕਤ, ਆਪਣੀ ਸ਼ਕਤੀ ਵਿਖਾਉਣ ਦਾ ਚਾਅ। ਫਿਰ ਕੀ ਹੈ? ਹਉਮੈ ਅੰਦਰ ਸਭ ਕੋ, ਇਹ ਸਾਰੇ ਕਿਤੇ ਨਾ ਕਿਤੇ ਹਉਮੈ ਦੇ ਵਿੱਚ ਫਸੇ ਹੋਏ ਨੇ। ਗੁਰਮੁਖ ਸਾਧ ਸੰਗਤ ਰਸ ਕੇਲੇ, ਪਰ ਜਿਹੜਾ ਗੁਰਮੁਖ ਹੈ ਨਾ ਉਹ ਇਹਨਾਂ ਨੂੰ ਨਹੀਂ ਮੰਨਦਾ। ਉਹ ਕੀ ਕਰਦਾ ਹੈ? ਉਹ ਸੰਗਤ ਦੇ ਵਿੱਚ ਆਉਂਦਾ ਹੈ, ਉਹ ਸਾਧ ਸੰਗਤ ਦਾ ਰਸ ਲੈਂਦਾ ਹੈ। ਜਿੰਨੀਆਂ ਮਰਜ਼ੀ ਵੱਡੀਆਂ ਤਾਕਤਾਂ ਹੋਣ, ਸਾਨੂੰ ਕੀ ਲੱਗੇ ਇਹਨਾਂ ਦੇ ਨਾਲ? ਸਾਡੇ ਲਈ ਸੰਗਤ ਸਭ ਤੋਂ ਉੱਤੇ ਹੈ। ਗੁਰਮੁਖ ਸਾਧ ਸੰਗਤ ਰਸ ਕੇਲੇ, ਇੱਕ ਮਨ ਇੱਕ ਅਰਾਧਨਾ। ਤੇ ਇਸ ਸੰਗਤ ਦੇ ਵਿੱਚ ਆ ਕੇ ਉਹ ਇੱਕ ਮਨ ਦੇ ਨਾਲ, ਇੱਕ ਮਨ ਹੋ ਕੇ ਤੇ ਇਹਦਾ ਹੀ ਅਰਾਧਨ ਕਰਦਾ ਹੈ। ਮੈਂ ਬੇਨਤੀ ਕਰ ਦੇਵਾਂ, ਅਸੀਂ ਸ਼ਾਇਦ ਸਵੇਰ ਵੇਲੇ ਸ਼ਾਇਦ ਇਸ ਗੱਲ ਨੂੰ ਬੋਲਿਆ ਹੋਵੇਗਾ, ਦੁਨੀਆ ਜਿਹੜੀ ਹੈ ਨਾ ਉਹ ਕੋਈ ਅੱਗੇ ਪੌੜੀਆਂ ਸਪੈਸ਼ਲ ਇਹਨਾਂ ਚੀਜ਼ਾਂ ਲਈ ਆਉਣਗੀਆਂ ਵੀ ਇਹ ਸਾਡੇ ਪਰਿਵਾਰ ਦਾ ਬਾਬਾ, ਇਹ ਸਾਡੇ ਵੱਡਿਆਂ ਦਾ ਬਾਬਾ, ਇਹ ਸਾਡਾ ਉਹਦਾ ਬਾਬਾ, ਅਸੀਂ ਹਰ ਇੱਕ ਥਾਂ ਦੇ ਉੱਤੇ ਜਾ ਕੇ ਮੱਥਾ ਟੇਕਣਾ। ਨਹੀਂ, ਸਿੱਖ ਲਈ ਕੀ ਕੰਮ ਹੈ? ਇੱਕ ਮਨ ਇੱਕ ਅਰਾਧਨਾ, ਸਿਰਫ ਇੱਕ ਅਕਾਲ ਦੀ ਪੂਜਾ। ਜੋ ਪਿੱਛੇ ਹੋ ਰਿਹਾ ਹੈ ਠੀਕ ਹੈ, ਹੋ ਗਿਆ। ਅੱਗੇ ਅਸੀਂ ਕਿਸ ਪਾਸੇ ਤੋਂ ਚੱਲਦੇ ਹਾਂ? ਇੱਕ ਮਨ ਇੱਕ ਅਰਾਧਨਾ। ਗੁਰਮਤ ਆਪ ਗਵਾਏ ਸੁਹੇਲੇ, ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਗਵਾ ਲਿਆ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਸੌਖੇ ਹੋ ਗਏ ਨੇ, ਚੱਲਣ ਜਾਣ ਪਏ ਸਿਰ ਤੇਲੇ। ਉਹਨਾਂ ਨੇ ਆਪਣੇ ਆਪ ਨੂੰ ਪ੍ਰਾਹੁਣਾ ਮੰਨਿਆ ਹੈ ਇਸ ਸੰਸਾਰ ਦੇ ਵਿੱਚ, ਵੀ ਚਲੇ ਜਾਣਾ ਹੈ। ਔਰ ਕਿੱਦਾਂ ਹੈ? ਇੱਕ ਰਸਮ ਹੁੰਦੀ ਹੈ, ਬੱਚੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ, 5 ਦਿਨ ਪਹਿਲਾਂ, 3 ਦਿਨ ਪਹਿਲਾਂ, 7 ਦਿਨ ਪਹਿਲਾਂ ਬੱਚੀ ਦੇ ਸਿਰ ਦੇ ਵਿੱਚ ਤੇਲ ਲਗਾਇਆ ਜਾਂਦਾ। ਲੜਕੇ ਦੇ ਵੀ ਲਾਇਆ ਜਾਂਦਾ, ਬੱਚੀ ਦੇ ਵੀ ਲਾਇਆ ਜਾਂਦਾ। ਪਰ ਉਦਾਹਰਣ ਸਿਰਫ ਲੜਕੀ ਦੀ ਇਸ ਕਰਕੇ ਲਈ ਜਾਂਦੀ ਹੈ ਵੀ ਉਹਦੇ ਵਿੱਚ ਉਹਨੇ ਆਪਣਾ ਪੇਕਾ ਘਰ ਛੱਡ ਕੇ ਤੇ ਸਹੁਰੇ ਘਰ ਜਾਣਾ ਹੁੰਦਾ ਹੈ। ਜਿੱਦਾਂ ਬੱਚੀ ਦੇ ਤੇਲ ਦੀ ਰਸਮ ਹੋ ਗਈ, ਤੇ ਇੱਥੇ ਮਤਲਬ ਇਹ ਹੁੰਦਾ ਵੀ ਉੱਥੇ ਜਿਹੜੇ ਗੀਤ ਗਾਏ ਜਾ ਰਹੇ ਹੁੰਦੇ ਉਹਦੇ ਵਿੱਚ ਉਹਨੂੰ ਸਮਝਾਇਆ ਜਾ ਰਿਹਾ ਹੁੰਦਾ ਵੀ ਰੱਬ ਤੇਰਾ ਆਉਣ ਵਾਲਾ ਸਮਾਂ ਸੌਖਾ ਰੱਖੇ ਤਾਂ ਤੂੰ ਉੱਥੇ ਜਾ ਕੇ ਚੰਗੀ ਤਰ੍ਹਾਂ ਨਿਭਣਾ ਹੈ। ਉਹਦਾ ਮਤਲਬ ਹੁੰਦਾ ਵੀ ਹੁਣ ਉਹਦੀ ਰਸਮ ਹੋ ਗਈ ਆ, ਉਹਨੇ ਜਾਣਾ ਹੈ ਸਹੁਰੇ ਘਰ ਦੇ ਵਿੱਚ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਗੁਰਸਿੱਖ ਨੇ ਨਾ, ਉਹਨਾਂ ਦੇ ਸਿਰ ਦੇ ਵਿੱਚ ਸਦਾ ਇਹ ਰਸਮ ਹੋਈ ਰਹਿੰਦੀ ਹੈ। ਉਹਨਾਂ ਨੂੰ ਹਰ ਵੇਲੇ ਤਿਆਰੀ ਹੁੰਦੀ ਹੈ ਵੀ ਭਾਈ ਸੰਸਾਰ ਦੇ ਵਿੱਚੋਂ ਅਸੀਂ ਤੁਰ ਪੈਣਾ ਹੈ, ਤੇ ਇਸ ਪਾਸੇ ਦੀ ਤਿਆਰੀ ਰੱਖ ਕੇ ਚੱਲਦੇ ਨੇ। ਕਿਸੇ ਇਹੋ ਜਿਹੀਆਂ ਸ਼ਕਤੀਆਂ ਦੀ ਪੂਜਾ ਨਹੀਂ, ਕਿਸੇ ਜੰਤਰ ਮੰਤਰ ਦੀ ਪੂਜਾ ਨਹੀਂ, ਕਿਸੇ ਧਾਗੇ ਤਵੀਤ ਦਾ ਡਰ ਨਹੀਂ। ਇਹ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਅੱਗੇ ਹੋਰ ਗੱਲ ਕਲੀਅਰ ਆਵੇਗੀ। ਸਾਡਾ ਕੰਮ ਕੀ ਹੈ? ਕੀਤਾ ਲੋੜੀਆ ਕੰਮ ਸੋ ਹਰ ਪਹਿ ਆਖੀਐ। ਬਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ। ਕੋਈ ਦੁਕਾਨ ਖੋਲ੍ਹਣੀ ਹੈ, ਖੁਦ ਅਰਦਾਸ ਕਰੋ, ਕਿਸੇ ਵੀ ਪਾਸੇ ਮੂੰਹ ਕਰਕੇ ਅਰਦਾਸ ਕਰੋ।
ਪ੍ਰਵਾਨ ਹੈ। ਕਿਸੇ ਦੇ ਕੋਲੋਂ ਇਹ ਵਹਿਮ ਨਹੀਂ ਕਰਨਾ ਜੀ ਦੁਕਾਨ ਦਾ ਸ਼ਟਰ ਕਿਹੜੇ ਪਾਸੇ ਰੱਖੀਏ, ਉਧਰਲੇ ਪਾਸੇ ਰੱਖੋ ਜਿੱਧਰੋਂ ਗਾਹਕ ਚੰਗਾ ਆਵੇ। ਕਿਸੇ ਬਾਬੇ ਨੂੰ ਪੁੱਛਣ ਦੀ ਲੋੜ ਨਹੀਂ, ਬਾਬਾ ਮੂੰਹ ਉਧਰ ਨੂੰ ਕਰਾ ਦੇ, ਬਾਅਦ 'ਚ ਕਿਸੇ ਗਾਹਕ ਨੂੰ ਵੀ ਨਾ ਦਿਸੇ। ਇਸ ਕਰਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਆਪ ਅਰਦਾਸ ਕਰੋ। ਮਾਲਕ ਤੁਹਾਡਾ ਹੈ, ਤੁਸੀਂ ਉਹਦੇ ਜੇ ਆਪਣੀਆਂ ਅਰਦਾਸਾਂ ਕਰਕੇ। ਤੇ ਸਤਿਗੁਰੂ ਕਹਿੰਦੇ ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ। ਬਗਾਨਿਆਂ ਦੀ ਆਸ ਲਾ ਦੇ, ਮਾਲਕ ਦੀ ਆਸ ਕਰ। ਤੇ ਇੱਦਾਂ ਜਿਹੜੇ ਗੁਰਸਿੱਖ ਨੇ ਨਾ ਉਹ ਜ਼ਿੰਦਗੀ ਜੀਂਦੇ ਨੇ। ਬੜੀਆਂ ਉਦਾਹਰਨਾਂ ਨੇ, ਅਗਲੀਆਂ ਪੌੜੀਆਂ ਦੇ ਵਿੱਚ ਲਗਭਗ ਇਹੀ ਸਬਜੈਕਟ ਆਵੇਗਾ। ਜਿਹੜੇ ਸਮਾਜਿਕ ਤੌਰ 'ਤੇ ਲੋਕ ਇੱਦਾਂ ਦੇ ਕਰਮ ਕਰਦੇ ਨੇ, ਉਹਨਾਂ ਲਈ ਭਾਈ ਗੁਰਦਾਸ ਸਾਹਿਬ ਨੇ ਕੀ ਬੋਲਿਆ ਹੈ, ਅਸੀਂ ਇਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸੰਤ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।